ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਆਡੀਓ ਬੁੱਕ YouTube ਚੈਨਲ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਮਨਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਿਤਾਬ ਖਾਲਿਸਤਾਨ ਉਸ ਦਾ ਸੰਕਲਪ ਅਤੇ ਪ੍ਰਣਾਲੀ ਭਾਗ 8ਵਾਂ ਪੰਨਾ ਨੰਬਰ 216। ਪੰਥ ਗੁਰ ਦਾ ਪ੍ਰਭੁਤਾ ਧਾਰੀ ਰਾਸ਼ਟਰੀ ਸੰਕਲਪ। ਗੁਰਜੋਤ ਜਦ ਤੱਕ ਇੱਕ ਦੇਹ ਵਿੱਚ ਵਿਆਪਤ ਰਹੀ ਹੈ, ਉਸ ਦੌਰਾਨ ਤੋਂ ਲੈ ਕੇ 10 ਨਾਨਕ ਸਰੂਪ ਇੱਕ ਜੋਤ ਗੁਰੂ ਸਾਹਿਬਾਨ ਦੇ ਖੁਦ ਆਪਣੇ ਦੇਹਧਾਰੀ ਸਰੂਪ ਦੀ ਵਟਤ ਵਟਾ ਕੇ ਗ੍ਰੰਥ ਪੰਥ ਵਿੱਚ ਪ੍ਰਵੇਸ਼ ਕਰਨ ਤੋਂ ਬਾਅਦ ਤੋਂ ਲੈ ਕੇ ਸਿੱਖਾਂ ਦੀ ਰਾਜ ਸੱਤਾ ਦੀ ਬਹਾਲੀ ਤੱਕ ਸਾਨੂੰ ਪੰਥ ਗੁਰੂ ਦੇ ਦਰਸ਼ਨ ਸਿੱਖ ਇਤਿਹਾਸ ਦੇ ਸੁਨਹਿਰੇ ਕਾਲ ਦੌਰਾਨ ਬਾਰ-ਬਾਰ ਪ੍ਰਤੱਖ ਹੁੰਦੇ ਹਨ। ਤਤਕਾਲੀਨ ਲਿਖਤਾਂ ਲੱਭਤਾਂ ਸਾਹਿਤਕ ਰਚਨਾਵਾਂ ਦੁਸ਼ਮਣਾਂ ਦੇ ਰੋਜ਼ਨਾਮਚੇ ਤੇ ਰਪਟਾਂ ਇਸ ਤੱਥ ਦੀ ਸ਼ਾਦੀ ਭਰਦੀਆਂ ਹਨ ਕਿ ਗੁਰੂ ਸਰੀਰ ਆਪਣੀ ਵਟਤ ਵਟਾ ਕੇ ਪੰਥ ਗੁਰੂ ਖਾਲਸਾ ਹੋ ਗਿਆ ਹੈ। ਗੁਰਬਿਲਾਸ ਪਾਤਸ਼ਾਹੀ 10ਵੀਂ ਵਿੱਚ ਪੰਥ ਨੂੰ ਸ਼੍ਰੋਮਣੀ ਅਤੇ ਪਰਮਾਤਮਾ ਦਾ ਅਜਿਹਾ ਪੰਥ ਧਰਤੀ ਉੱਪਰ ਪ੍ਰਮਾਣਿਤ ਅਤੇ ਸਥਾਪਿਤ ਕੀਤਾ ਗਿਆ ਹੈ ਜੋ ਜਗਤ ਨੂੰ ਸਥਿਰਤਾ ਦੇਣ ਵਾਲਾ ਹੈ। ਇੰਜ ਪੰਥ ਸ਼ਬਦ ਦੇ ਅਰਥ ਆਪਣੀ ਨਿਵੇਕਲੀ ਹੋਂਦ ਨੂੰ ਗ੍ਰਹਿਣ ਕਰ ਅਕਾਲ ਦੀ ਨਿਰਭਉ ਅਤੇ ਨਿਰਵੈਰ ਸ਼ਖਸੀਅਤ ਨੂੰ ਧਾਰਨ ਕਰ ਲੈਂਦਾ ਹੈ। ਔਰ ਪੰਥ ਜੋ ਤੱਕ ਜਗ ਆਹੀ ਤੇ ਲਖ ਡਰੇ ਅਧਿਕ ਮਨ ਮਾਹੀ ਜਪ ਤਪ ਤੇਜ ਸੀਲ ਗੁਣ ਸਾਗਰ ਭਇਓ ਪੰਥ ਅਦਭੁਤ ਯਹ ਨਾਗਰ ਓ ਪੰਥੀ ਜੇ ਤਕ ਜਗ ਲੋਗਾ ਕਾਂਪਤ ਭਏ ਜੀ ਧਰ ਸੋਗਾ ਹਮ ਸਭ ਹੂੰ ਕੀ ਹੱਥ ਠੁਕਰਾਈ ਲੈ ਹੈ ਸ਼੍ਰੀ ਖਾਲਸਾ ਮਿਲਾਈ ਅਵਰ ਪੰਥ ਜਗ ਜਿਤਕ ਭਣੀਜੈ ਦੇਵ ਦੈਤ ਬਰ ਨਰਨ ਗਣੀਜੈ ਇਹ ਤੇ ਸ਼੍ਰੀ ਅਸਤੁਜ ਕੋ ਪੰਥਾ ਦੇ ਹੈ ਸਗਲ ਜਗਤ ਕਹਿ ਸੰਥਾ। ਸਵਈਆ ਤਾਸ ਪ੍ਰਗਾਸ ਸੋ ਪੰਥ ਭਇਓ ਜਗ ਰੂਪ ਅਨੂਪ ਮਹਾ ਸੁਖਦਾਈ ਸ਼੍ਰੀ ਗੁਰੂ ਪੰਥ ਪ੍ਰਕਾਸ਼ ਗ੍ਰੰਥ ਦਾ ਲਿਖਾਰੀ ਭਾਈ ਰਤਨ ਸਿੰਘ ਭੰਗੂ 10 ਗੁਰੂ ਸਾਹਿਬਾਨ ਜੀ ਆਪ ਖੁਦ ਪੰਥ ਨੂੰ ਕਿਤਨੀ ਮਹਾਨਤਾ ਦਿੰਦੇ ਸਨ ਅਤੇ ਆਪਣੇ ਤੋਂ ਵੀ ਪਿਆਰਾ ਸਵੀਕਾਰਦੇ ਹੋਏ ਸਰਬੰਸ ਵਾਰ ਗਏ। ਨਮਿਤ ਪ੍ਰਥਮੇ ਖਾਲਸੇ ਜੀ ਕੀ ਆਦ ਉਤਪਤੀ ਕੀ ਸਾਖੀ ਦੇ ਆਰੰਭ ਵਿੱਚ ਹੀ ਪੰਥ ਦੇ ਧੁਰ ਅੰਤਰ ਮਨ ਵਿਚਲੇ ਅਰਥਾਂ ਵੱਲ ਇਸ਼ਾਰਾ ਕਰਦੇ ਹੋਏ ਅੰਕਿਤ ਕਰਦੇ ਹਨ। ਪੰਥ ਖਾਤਰ ਗੁਰ ਇਤੀ ਕਮਾਈ। ਪੰਥ ਦੀ ਰਚਨਾ ਸੰਬੰਧੀ ਅਕਾਲੀ ਸਿਧਾਂਤ ਦਾ ਨਿਰੂਪਣ ਕਰਦੇ ਹੋਏ ਸ਼ਹੀਦ ਰਤਨ ਸਿੰਘ ਭੰਗੂ ਕਹਿੰਦਾ ਹੈ, ਰਚਨਾ ਰਚੀ ਪੰਥ ਇਤ ਕਾਰਨ ਸਿੱਖ ਉਬਾਰਨ ਦੁਸ਼ਟ ਸੰਘਾਰਨ। ਗਿਆਨੀ ਗਿਆਨ ਸਿੰਘ ਪੰਥ ਪ੍ਰਕਾਸ਼ ਵਿੱਚ ਪੰਥ ਦੀ ਹਸਤੀ ਦੀ ਵਿਆਖਿਆ ਕਰਦੇ ਹੋਏ ਲਿਖਦੇ ਹਨ, ਰਚੋ ਖਾਲਸਾ ਪੰਥ ਕਰਾਰਾ। ਆਪਣੇ ਇਸੇ ਵਿਚਾਰ ਨੂੰ ਅਗਾਂਹ ਤੋਰਦੇ ਹੋਏ ਗਿਆਨੀ ਗਿਆਨ ਸਿੰਘ ਜੀ ਪੰਥ ਦੇ ਓਤ ਪੋਤ ਅੰਗ ਅੰਗ ਸੰਗ ਮੌਲੀ ਦੇ ਗੁਰਬਾਣੀ ਦੇ ਸਿਧਾਂਤ ਬਾਰੇ ਗਵਾਹੀ ਭਰਦੇ ਲਿਖਦੇ ਹਨ, ਸਤਿਗੁਰ ਸਿੱਖ ਪੰਥ ਇਹ ਸੱਜ ਕੇ ਫਿਰ ਇੱਕ ਉਦਮ ਕੀਓ ਸਿੰਘ ਭੁਜੰਗੀ ਪਾਂਚ ਪਾਂਚ ਕੈ ਅਨ ਕਠੋਰ ਪਠ ਦਿਓ और हुक्मनामे लिख भेजे संगत को तब ऐसे पांच सिंह तय अमृत जो सिख गुर का लैसे अंग संग में रहो तिसी के करे निहाल महाने। ਸਪਸ਼ਟ ਹੈ ਕਿ ਪੰਜ ਸਿੰਘਾਂ ਦੇ ਜਥੇ ਖਾਲਸਾ ਪੰਥ ਦੀ ਸ਼ਕਤੀ ਅਤੇ ਗਿਣਤੀ ਨੂੰ ਵਧਾਉਣ ਹਿੱਤ ਵਿਉਂਤਬੱਧ ਤਰੀਕੇ ਨਾਲ ਧਰਤੀ ਦੇ ਹਰ ਖੇਤਰ ਵਿੱਚ ਭੇਜੇ ਗਏ। ਇਹ ਗੱਲਾਂ ਐਵੇਂ ਹੀ ਨਹੀਂ ਹੋ ਗਈਆਂ। ਇਹਨਾਂ ਦੇ ਪਿੱਛੇ ਦਸਮ ਪਾਤਸ਼ਾਹ ਦਾ ਉਹ ਗੰਭੀਰ ਫਲਸਫਾ ਹੈ ਜਿਸ ਦੀ ਸ਼ਕਤੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਗੁਰੂ ਪੰਥ ਨੂੰ ਇੰਜ ਮਿਲਦੀ ਹੈ। ਬੰਸਪਤ ਮੌਲੀ ਚੜਿਆ ਬਸੰਤ ਇਹ ਮਨ ਮੌਲਿਆ ਸਤਿਗੁਰੂ ਸੰਗ ਤੁਮ ਸਾਚ ਧਿਆਵੋ ਮੁਗਧ ਮਨਾ ਤਾਂ ਸੁਖ ਪਾਵੋ ਮੇਰੇ ਮਨਾ ਰਹਾਓ ਇਤ ਮਨ ਮੌਲੀਐ ਭਇਆ ਆਨੰਦ ਅੰਮ੍ਰਿਤ ਫਲ ਪਾਇਆ ਨਾਮ ਗੋਬਿੰਦ ਏਕੋ ਏਕ ਸਭ ਆਖ ਵਖਾਣੈ ਹੁਕਮ ਬੂਝੈ ਤਾਂ ਏਕੋ ਜਾਣੈ ਕਹਿਤ ਨਾਨਕ ਹਉ ਮੈਂ ਕਹੇ ਨਾ ਕੋਏ ਆਖਣ ਵੇਖਣ ਸਭ ਸਾਹਿਬ ਤੇ ਹੋਏ। ਦਸਮ ਪਿਤਾ ਨੇ ਖਿਦਰਾਣੇ ਦੀ ਢਾਬ ਤੇ ਮਹਾ ਸਿੰਘ ਦਾ ਸਿਰ ਆਪਣੇ ਗੋਡੇ ਤੇ ਰੱਖ ਬੇਦਾਵਾ ਫਾੜ ਕੇ ਸ਼ਹੀਦ ਸਿੰਘਾਂ ਨੂੰ ਸਰਦਾਰੀਆਂ ਬਖਸ਼ਦੇ ਹੋਏ ਪੰਥ ਦੀ ਭਵਿੱਖਤ ਸੱਤਾ ਦਾ ਖਾਕਾ ਵੀ ਖੁਦ ਹੀ ਘੜਿਆ। ਇਸ ਦੀ ਪੁਸ਼ਟੀ ਕਰਦਾ ਹੈ ਸਤਿਗੁਰਾਂ ਵੱਲੋਂ ਸ਼ਹੀਦਾਂ ਨੂੰ ਕੀਤੀਆਂ ਇਹ ਬਖਸ਼ਿਸ਼ਾਂ ਕਿ ਸ਼ਹੀਦ ਖਾਲਸੇ ਨੂੰ ਪੰਥ ਦੀ ਅਗਵਾਈ ਵਿੱਚ ਕਿਸੇ ਨੂੰ ਕਜ਼ਾਕਿਸਤਾਨ ਦੀ, ਕਿਸੇ ਨੂੰ ਤੁਰਕੀ ਦੀ ਅਤੇ ਕਿਸੇ ਨੂੰ ਕਾਬੁਲ ਦੀ ਸਰਦਾਰੀ ਬਖਸ਼ਿਸ਼ ਕੀਤੀ। ਇਹ ਉਹ ਅਕਾਲ ਦਾ ਸਿਧਾਂਤ ਹੀ ਹੈ ਜਿਸ ਦੀ ਪੂਰਤੀ ਪੰਥ ਦੀ ਗੁਰਿਆਈ ਨੇ ਕਰਨੀ ਹੈ। ਇਸੇ ਨਿਮਿਤ ਹੀ ਤਾਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਹਵਾਲੇ ਨਾਲ ਲਿਖਾਰੀ ਇਸੇ ਪੰਥ ਦਾ ਹੀ ਰੇਖਾ ਚਿੱਤਰ ਪੇਸ਼ ਕਰਦੇ ਹੋਏ ਪੁਸਤਕ ਸ਼੍ਰੀ ਗੁਰ ਸੋਭਾ ਦਾ ਲਿਖਾਰੀ
ਕਵੀ ਸੈਨਾਪਤੀ ਆਪਣੇ ਪਹਿਲੇ ਅਧਿਆਏ ਪੰਥ ਪ੍ਰਗਾਸ ਵਰਣਨ ਵਿੱਚ ਲਿਖਦੇ ਹੋਏ ਸਪਸ਼ਟ ਕਰਦੇ ਹਨ ਕਿ ਪ੍ਰਭੂ ਦੀ ਪ੍ਰੇਰਨਾ ਸਦਕਾ ਪੰਥ ਰਚਨ ਦਾ ਸੰਕਲਪ ਦਸਮ ਪਿਤਾ ਨੂੰ ਪਰਮਾਤਮਾ ਨੇ ਬਤੌਰ ਹੁਕਮ ਕਰ ਸਤਿਗੁਰੂ ਨੂੰ ਦੁਸ਼ਟ ਬਿਡਾਰਨ ਸੰਤ ਉਬਾਰਨ ਸਭ ਜਗ ਤਾਰਨ ਭਵ ਹਰਨ ਦਾ ਆਸ਼ੀਰਵਾਦ ਦੇ ਕੇ ਜਗ ਤੇ ਤੋਰ ਦਿੱਤਾ। ਤਹਿ ਬਖਸ਼ੀਸ਼ ਕਰੀ ਕਰਤਾਰਨ ਪ੍ਰਭੂ ਬਾਕ ਇਮ ਕਹੋਂ ਵਿਚਾਰਨ। ਤੁਮ ਮੇਰਾ ਇੱਕ ਪੰਥ ਚਲਾਵੋ ਸੁਮਤ ਦੇਹ ਲੋਕਨ ਸਮਝਾਵੋ। ਤੁਝੇ ਜੋ ਬਨਾਇਆ ਸੋ ਇਹੀ ਉਪਾਇਆ ਕਰੋ ਪੰਥ ਮੇਰਾ ਧਰਮ ਕਾਜ ਕੇਰਾ। ਸਹਿ ਬਾਤ ਜਾਨੋ ਹਿਰਦੈ ਸਾਚ ਆਨੋ ਕੀਓ ਪੰਥ ਐਸਾ ਕਹਿਓ ਆਪ ਤੈਸਾ। ਕਵੀ ਸੈਨਾਪਤੀ ਸਪਸ਼ਟ ਕਰਦੇ ਹਨ ਕਿ ਜਿਵੇਂ ਅਕਾਲ ਪੁਰਖ ਨੇ ਹੁਕਮ ਕੀਤਾ ਠੀਕ ਉਵੇਂ ਹੀ ਰੱਬੀ ਪੰਥ ਦਸਮ ਪਿਤਾ ਨੇ ਇਸ ਜੱਗ ਨੂੰ ਤਾਰਨ ਹਿੱਤ ਪੈਦਾ ਕੀਤਾ ਹੈ। ਇਸੇ ਲਈ ਹੀ ਸੰਤ ਦਾਸ ਛਿੱਬਰ ਲਿਖਦਾ ਹੈ, ਸ਼ਬਦ ਵਿਚਾਰੇ ਖੋਜੈ ਗ੍ਰੰਥ ਸ੍ਰੀ ਖਾਲਸੋ ਦਾ ਇਹੋ ਪੰਥ। ਪੰਥ ਖਾਲਸਾ ਰੂਪ ਹਮਾਰਾ ਖੋਜੈ ਸ਼ਬਦ ਸੋਈ ਮੁਝ ਪਿਆਰਾ। ਜਦ ਮਸੰਦ ਪ੍ਰਣਾਲੀ ਛੇਤੀ ਹੀ ਗੰਦਲੀ ਹੋ ਗਈ ਤਾਂ ਦਸਮ ਪਾਤਸ਼ਾਹ ਨੇ ਇਸ ਮਾੜੀ ਹਾਲਤ ਨੂੰ ਤੁਰੰਤ ਸੋਧਦੇ ਹੋਏ ਗੁਰ ਸੰਗਤ ਕੀਨੀ ਖਾਲਸਾ ਮਨਮੁਖੀ ਦੁਹੇਲਾ ਸੰਗਤ ਨੂੰ ਸਿੱਧੀ ਆਪਣੀ ਅਗਵਾਈ ਵਿੱਚ ਲੈ ਕੇ ਖਾਲਸਾ ਨਾਮ ਦੇ ਦਿੱਤਾ, ਜਿਵੇਂ 6ਵੀਂ ਅਤੇ 9ਵੀਂ ਪਾਤਸ਼ਾਹੀ ਨੇ ਕੀਤਾ ਸੀ ਤੇ ਬਾਅਦ ਵਿੱਚ ਇਹ ਸੰਕੇਤ ਇੱਕ ਤਰ੍ਹਾਂ ਸਿੱਖੀ ਦਾ ਵਰਤਾਰਾ ਹੋ ਗਿਆ। ਦਸਮ ਪਾਤਸ਼ਾਹ ਨੇ ਇਹ ਯਕਮੁਸ਼ਤ ਨਹੀਂ ਕੀਤਾ। ਅਜਿਹਾ ਸਿਧਾਂਤ 6ਵੀਂ ਪਾਤਸ਼ਾਹੀ ਦੇ ਸਮੇਂ ਤੋਂ ਉਹਨਾਂ ਵੱਲੋਂ ਜਾਰੀ ਹੁਕਮਨਾਮਿਆਂ ਤੋਂ ਪ੍ਰਮਾਣਿਤ ਹੁੰਦਾ ਹੈ। ਸਪਸ਼ਟ ਹੀ ਦਸਾਂ ਜੋਤਾਂ ਵਿੱਚ ਗੁਰੂ ਨਾਨਕ ਇੱਕੋ ਰੂਪ ਵਿਆਪਤ ਇੱਕੋ ਹੀ ਧੁਰ ਆਦੇਸ਼ ਲਈ ਕਿਰਿਆਸ਼ੀਲ ਰਹੇ ਹਨ। 10 ਗੁਰੂ ਜੋਤਾਂ ਦਾ ਆਸ਼ਾ ਸੀ ਕਿ ਸੰਤ ਸਿਪਾਹੀ ਰੂਪਧਾਰੀ ਸਭ ਤੋਂ ਨਿਰਾਲੇ ਦਿਸਣ ਤੇ ਇਹਨਾਂ ਦੀ ਵਿਲੱਖਣ ਹਸਤੀ ਕਿਸੇ ਨਾਲ ਰਲਗੱਡ ਨਾ ਹੋਵੇ। ਇਸੇ ਲਈ ਖਾਲਸੇ ਦੀ ਬਾਹਰਲੀ ਰੂਪ ਰੇਖਾ ਵਿਸ਼ੇਸ਼ ਵਿਧੀ ਵਿਧਾਨ ਨਾਲ ਸਵਾਰੀ ਤੇ ਸ਼ਿੰਗਾਰੀ ਗਈ। ਇਸ ਨਵੇਂ ਕੇਸਧਾਰੀ ਪੰਥ ਦੀ ਹਸਤੀ ਨੂੰ ਬ੍ਰਾਹਮਣਵਾਦ ਅਤੇ ਤੁਰਕਵਾਦ ਤੋਂ ਬਚਾਉਣ ਲਈ ਸਖਤ ਹਿਦਾਇਤਾਂ ਜ਼ਰੂਰੀ ਗੱਲ ਸੀ। ਇਹ ਕੌਮ ਖੁਦ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਜੋਤ ਵੱਲੋਂ ਪਹਿਲਾਂ ਹੀ ਅਕਾਲ ਸਰੂਪ ਮਨੁੱਖ ਦੀ ਬਤੌਰ ਸਿੱਖ ਸਵਾਰੀ ਤੇ ਸ਼ਿੰਗਾਰੀ ਜਾ ਚੁੱਕੀ ਸੀ। ਭਾਈ ਪ੍ਰਹਿਲਾਦ ਸਿੰਘ ਜੀ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਜੀ ਤੱਕ ਇੱਕੋ ਮਿਸ਼ਨ ਦੀ ਅਤੇ ਇੱਕੋ ਪੰਥ ਦੀ ਗਵਾਹੀ ਭਰਦੇ ਹੋਏ ਦੱਸਦੇ ਹਨ ਕਿ ਕੋਈ ਨਵੀਂ ਗੱਲ ਨਹੀਂ ਕੀਤੀ, ਜੋ ਕੀਤਾ ਹੈ ਉਹ ਨਾਨਕ ਪ੍ਰਸਾਦ ਰਾਹੀਂ ਹੀ ਸੰਭਵ ਹੋਇਆ ਹੈ। ਪੰਥ ਚਲਿਓ ਹੈ ਜਗਤ ਮੈਂ ਗੁਰੂ ਨਾਨਕ ਪ੍ਰਸਾਦ ਰਹਿਤ ਬਤਾਈਐ ਖਾਲਸੇ ਸੁਣ ਭਾਈ ਪ੍ਰਹਿਲਾਦ। ਸ਼੍ਰੀ ਅਕਾਲ ਪੁਰਖ ਕੇ ਬਚਨ ਸਿਉ ਪ੍ਰਗਟਿਓ ਪੰਥ ਮਹਾਨ ਗ੍ਰੰਥ ਪੰਥ ਗੁਰੂ ਮਾਨੀਐ ਤਾਰੇ ਸਕਲ ਕੁਲਾਨ। ਗਿਆਨੀ ਗਿਆਨ ਸਿੰਘ ਜੀ ਚਮਕੌਰ ਦੀ ਜੰਗ ਦਾ ਵਰਣਨ ਕਰਦੇ ਲਿਖਦੇ ਹਨ ਕਿ ਗੁਰੂ ਸਾਹਿਬ ਨੇ ਅਰਦਾਸਾ ਸੋਧ ਕੇ ਇਹ ਬਚਨ ਕੀਤਾ, ਗੁਰੂ ਖਾਲਸਾ ਖਾਲਸਾ ਗੁਰੂ। ਭਾਈ ਸਿੱਖੋ ਅੱਜ ਤੋਂ ਮੈਂ ਖਾਲਸੇ ਨੂੰ ਗੁਰਿਆਈ ਦੀ ਪਦਵੀ ਦਿੱਤੀ। ਮੈਨੂੰ ਪੰਜਾਂ ਵਿੱਚ ਪ੍ਰਤੱਖ ਸਮਝੋ। ਪੰਜਾਂ ਸਿੰਘਾਂ ਦਾ ਨਾਮ ਗੁਰੂ ਖਾਲਸਾ ਹੈ। ਆਦਿ ਗੁਰੂ ਗ੍ਰੰਥ ਜੀ। ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ। ਪੰਚਾਂ ਤੋਂ ਘੱਟ ਨਾ ਹੋਣ ਵੱਧ ਭਾਵੇਂ ਹੋਣ। ਪੰਜ ਸਿੰਘ ਪੀਰਾਂ ਦੇ ਪੀਰ ਗੁਰੂਆਂ ਸਿਰ ਗੁਰੂ ਹੁੰਦੇ ਹਨ। ਐਸੇ ਵਾਸਤੇ ਅਸਾਂ ਪੰਜਾਂ ਨੂੰ ਅੰਮ੍ਰਿਤ ਛਕਾ ਕੇ ਆਪਣੇ ਨਾਲ ਅਭੇਦ ਕੀਤਾ ਹੈ। ਪੰਚਮ ਖਾਲਸਾ ਸਤਿਗੁਰੂ ਪੂਰਾ ਜਿਨ ਇਹ ਪੰਥ ਸੁਪੰਥ ਪ੍ਰਗਟਾਏ। ਇੰਜ ਪੰਥ ਅਜਿਹੇ ਸਿੰਘਾਂ ਦਾ ਉਹ ਸਮੂਹਿਕ ਇਕੱਠ ਹੈ ਜਿਨ੍ਹਾਂ ਰਾਹੀਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੀ ਸ਼ਬਦ ਜੋਤ ਦਾ ਪ੍ਰਗਟਾਵਾ ਗੁਰਬਾਣੀ ਰਾਹੀਂ ਹੁੰਦਾ ਹੈ, ਜਿਸ ਦਾ ਹੁਕਮ ਗੁਰਮਤੇ ਦੇ ਰੂਪ ਵਿੱਚ ਸਿੱਖ ਕੌਮ ਤੇ ਗੁਰ ਹੁਕਮ ਵਜੋਂ ਲਾਗੂ ਹੁੰਦਾ ਹੈ। ਉਪਰੋਕਤ ਤੱਥਾਂ ਤੋਂ ਖਾਲਸੇ ਦੀ ਸਰਬ ਪੱਖੀ ਪ੍ਰਵਿਰਤੀ ਸੁਭਾਅ ਅਤੇ ਗੁਣ ਸਿੱਖ ਧਰਮ ਦੀ ਸਿਆਸੀ ਅਤੇ ਧਾਰਮਿਕ ਪ੍ਰਭੂ ਸੱਤਾ ਦੀ ਬਹਾਲੀ ਹਿੱਤ ਆਦ ਅੰਤ ਇੱਕੋ ਇੱਕ ਪੰਜ ਪ੍ਰਵਾਨ ਪੰਜ ਪ੍ਰਧਾਨ ਦੀ ਪੰਚਾਇਤੀ ਰਾਜ ਪ੍ਰਣਾਲੀ ਰਾਹੀਂ ਖਾਲਸਾਈ ਸੱਤਾ ਦੀ ਬਹਾਲੀ ਦੇ ਅਮਲ ਦੀ ਹੀ ਰੁਚੀ ਦਾ ਪ੍ਰਗਟਾਵਾ ਹੁੰਦਾ ਹੈ। ਇਹ ਪਸਾਰਾ ਅਜਿੱਤ ਹੈ ਅਤੇ ਇਸੇ ਦਾ ਜਥੇਬੰਦਕ ਰੂਪ ਪੰਥ ਹੈ। ਗੁਰੂ ਗੋਬਿੰਦ 10ਵਾਂ ਅਵਤਾਰਾ ਜਿਨ ਖਾਲਸਾ ਪੰਥ ਅਜੀਤ ਸੁਧਾਰਾ। ਪੰਥ ਇੱਕ ਅਜਿਹੀ ਰੱਬੀ ਚਾਹਤ ਹੈ ਜਿਸ ਰਾਹੀਂ ਅਕਾਲ ਦੀ ਸੱਤਾ ਦੀ ਸਰਬ ਪੱਖੀ ਬਹਾਲੀ ਹਿੱਤ ਹੁਕਮ ਆਪਣਾ ਆਕਾਰ ਗ੍ਰਹਿਣ ਕਰਦਾ ਹੋਇਆ ਸਾਕਾਰ ਰੂਪ ਵਿੱਚ ਪ੍ਰਗਟਦਾ ਹੈ। ਪੰਥ ਦੀ ਸਮੁੱਚੀ ਸਿਰਜਣਾ ਦਾ ਸਾਕਾਰ ਰੂਪ ਹੀ ਪ੍ਰਭੂ ਦੇ ਪੰਥ ਦੀ ਸੱਤਾ ਦਾ ਸਿਰਜਣਾ ਹੀ ਹੈ। ਜਿਸ ਤਰ੍ਹਾਂ 10 ਗੁਰੂ ਜੋਤ ਦੀ ਇੱਕੋ ਪਰੰਪਰਾ ਰਹੀ ਹੈ, ਠੀਕ ਉਵੇਂ ਹੀ ਸਹਿਕਾਇਆ ਫੇਰ ਪਲਟੀਐ ਦੇ ਸਿਧਾਂਤ ਅਨੁਸਾਰ ਜੋਤ ਦਾ ਇੱਕ ਗੁਰੂ ਸਰੀਰ ਵਿੱਚੋਂ ਵਾਸ ਖਤਮ ਕਰ ਗੁਰੂ ਨੇ ਪੰਥ ਰੂਪੀ ਸਰੀਰ ਵਿੱਚ ਪ੍ਰਵੇਸ਼ ਕਰਾ ਦਿੱਤਾ ਹੈ। ਇੰਜ ਗੁਰੂ ਜੋਤ ਦਾ ਆਤਮ ਮੰਡਲ ਦ੍ਰਿਸ਼ਟੀਕੋਣ ਅਨੁਭਵ ਪ੍ਰਕਾਸ਼
ਚਿੰਤਨ, ਆਦਰਸ਼ ਅਤੇ ਸਿਧਾਂਤ ਸੰਪੂਰਨ ਤੌਰ ਤੇ ਗੁਰ ਪਰੰਪਰਾ ਅਨੁਸਾਰ ਹੀ ਪੰਥ ਵਿੱਚ ਵਾਸ ਕਰ ਜਾਂਦੇ ਹਨ। ਸਮੂਹਕ ਅਗਵਾਈ ਦੇ ਆਤਮਕ, ਨੈਤਿਕ ਅਤੇ ਸ਼੍ਰੋਮਣੀ ਬੌਧਿਕ ਅਵਸਥਾ ਦੇ ਅਕਾਲੀ ਰੱਬੀ ਹੁਕਮ ਦਾ ਜਥੇਬੰਦਕ ਨਾਂ ਹੈ ਪੰਥ, ਜਿਸ ਤੋਂ ਬਗੈਰ ਹੁਣ ਗੁਰੂ ਹੁਕਮ ਸੰਪੂਰਨਤਾ ਹਾਸਲ ਨਹੀਂ ਕਰ ਸਕਦਾ। ਪੰਥ ਵੱਲੋਂ ਗੁਰੂ ਦੀ ਦ੍ਰਿੜਤਾ ਅਤੇ ਸੱਤਾ ਹਾਸਲ ਕਰਨੀ ਇਸ ਲਈ ਆਵਸ਼ਕ ਹੀ ਨਹੀਂ, ਸਗੋਂ ਖਾਲਸੇ ਦੇ ਜੀਵਨ ਲਈ ਆਦ ਤੱਤ ਹੈ, ਕਿਉਂਕਿ ਇਹ ਗੁਰੂ ਰੂਪ ਹੀ ਨਹੀਂ, 1708 ਤੋਂ ਬਾਅਦ ਪੰਥ ਹੀ ਗੁਰੂ ਜੁਗਤ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਜੋਤ ਰੂਪ ਹੁਕਮ ਦੇ ਵਰਤਾਰੇ ਲਈ ਸਰੀਰ ਰੂਪ ਹੈ, ਜਿਸ ਨਮਿਤ ਗੁਰੂ ਗ੍ਰੰਥ ਸਾਹਿਬ ਜੀ ਹੁਕਮ ਕਰਦੇ ਹਨ, ਗੁਰ ਬਿਨ ਘੋਰ ਅੰਧਾਰ, ਗੁਰ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨਾ ਸਿੱਧ, ਗੁਰ ਬਿਨ ਮੁਕਤ ਨਾ ਪਾਵੈ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸੰਪੰਨ, ਅਗਨ ਕਟੈ ਸਭ ਤੇਰੇ। ਗੁਰ ਨਯਨ ਬਯਨ ਗੁਰ ਗੁਰ ਕਰੋ, ਗੁਰ ਸਤ ਕਵ ਨਲ ਕਹਿ, ਜਿਨ ਗੁਰੂ ਨੇ ਦੇਖਿਓ ਨਹਿ ਕੀਓ, ਤੇ ਅਕਿਅਤ ਸੰਸਾਰ ਮੈਂ। ਕੀ ਸਮੁੱਚੀ ਸੰਗਤ ਪੰਥ ਹੋ ਸਕਦੀ ਹੈ? ਇੱਥੇ ਸਾਨੂੰ ਸਪਸ਼ਟ ਹੋ ਲੈਣਾ ਚਾਹੀਦਾ ਹੈ ਕਿ ਸਮੁੱਚੀ ਸੰਗਤ ਜਾਂ ਸਭ ਸਿੱਖਾਂ ਦਾ ਇਕੱਠ ਜਾਂ ਕੋਈ ਹੋਰ ਅਜਿਹਾ ਸਮੂਹ ਗੁਰੂ ਪੰਥ ਨਹੀਂ ਹੋ ਸਕਦਾ ਅਤੇ ਨਾ ਹੀ ਆਪਣੇ ਆਪ ਵਿੱਚ ਪੰਥ ਅਖਵਾ ਸਕਦਾ ਹੈ। ਸੰਗਤ ਜਾਂ ਸਿੱਖਾਂ ਦੇ ਇਕੱਠ ਵਿੱਚ ਕਕਾਰਾਂ ਦੀ ਭਿੰਨਤਾ ਇਹਨਾਂ ਨੂੰ ਇਸ ਪਦਵੀ ਤੋਂ ਵਰਜਿਤ ਕਰ ਜਾਂਦੀ ਹੈ। ਚੇਤਨ ਖਾਲਸਿਆਂ ਦਾ ਉਹ ਤਿਆਰ ਬਰ ਤਿਆਰ ਅੰਮ੍ਰਿਤਧਾਰੀ ਸਿੰਘਾਂ ਦਾ ਰਹਿਤਵਾਨ ਸਮੂਹ, ਜੋ ਸਰੀਰਕ, ਮਨ, ਸੁੱਧ ਬੁੱਧ, ਵਚਨ, ਕਰਮ, ਨਸਲ, ਜਾਤ, ਸਮਾਜ, ਸੱਭਿਅਤਾ, ਸਿਆਸੀ, ਆਰਥਿਕ ਅਤੇ ਧਾਰਮਿਕ ਤੌਰ ਤੇ ਚੇਤਨਤਾ ਵਿੱਚ ਸੁਤੰਤਰ ਹਸਤੀ ਰੱਖਦਾ ਹੈ ਅਤੇ ਪਰਮਾਤਮ ਦੇ ਆਤਮ ਮੰਡਲ ਦੀ ਹਸਤੀ ਵਿੱਚ ਜਿਉਂਦਾ ਹੈ, ਅਕਾਲ ਪੁਰਖ ਦੀ ਸੱਤਾ ਤੋਂ ਸਿਵਾ ਕਿਸੇ ਹੋਰ ਦੀ ਸੱਤਾ ਨੂੰ ਨਹੀਂ ਸਵੀਕਾਰਦਾ, ਉਹੀ ਪੰਥ ਅਖਵਾ ਸਕਦਾ ਹੈ। ਅਜਿਹੀਆਂ ਵਿੱਚ ਹੀ ਗੁਰੂ ਦਾ ਵਾਸ ਹੁੰਦਾ ਹੈ। ਸੱਤ ਦੀ ਸੱਤਿਆ ਦੀ ਧਾਰਨੀ ਸਪ੍ਰਭੁਤਾ ਪੰਥ ਦੀ ਆਦ ਪਹਿਚਾਣ ਹੈ। ਜੋਤ ਦਾ ਹੁਕਮ ਸ਼ਬਦ ਹੀ ਹੈ, ਪਰ ਇਸ ਦੀ ਪਾਲਣਾ ਕਰਨਾ ਤੇ ਕਰਾਉਣਾ ਅਤੇ ਇਸ ਦੇ ਗੁਹਜ ਰਹੱਸ ਨੂੰ ਸਮਝਾਉਣ ਵਾਲਾ ਸਰੀਰ ਹੁਣ ਬਦਲ ਕੇ ਪੰਥ ਵਿੱਚ ਸਮੋਹਿਤ ਹੋ ਚੁੱਕਾ ਹੈ। ਇੰਜ ਪੰਥ ਜੋਤ ਦੀ ਜੁਗਤ ਨਾਲ ਓਤ-ਪੋਤ ਹੈ, ਇੱਕ ਦੂਜੇ ਵਿੱਚ ਸਮਾਇਆ ਹੋਇਆ ਹੈ। ਇਹ ਸਪਸ਼ਟ ਹੈ ਕਿ ਸ਼ਬਦ ਨੇ ਗ੍ਰੰਥ ਦਾ ਅਤੇ ਸੰਗਤ ਨੇ ਪੰਥ ਦਾ ਰੂਪ ਵਟਾ ਕੇ ਗ੍ਰੰਥ ਜੀਵਨ ਦਾ ਆਦ ਸਿਧਾਂਤ ਬਣ ਕੇ ਪੰਥ ਦੇ ਸਰੀਰ ਰੂਪ ਵਿੱਚ ਅਮਲ ਦੀ ਜੁਗਤ ਦੇ ਵਰਤਾਰੇ ਲਈ ਗੁਰਿਆਈ ਹਾਸਲ ਕਰ ਗਿਆ ਹੈ। ਇਸੇ ਸਿਧਾਂਤ ਦਾ ਹੀ ਜ਼ਾਹਿਰਾ ਜ਼ਹੂਰ ਰੂਪ ਇੰਜ ਪ੍ਰਚਾਰਿਆ ਜਾਂਦਾ ਹੈ ਕਿ ਗੁਰੂ ਵੀ ਵਿਸਵੈ, ਸੰਗਤ ਇੱਕੀ ਵਿਸਵੈ। ਪਰ ਇੱਥੇ ਜੋ ਸੋਚਿਆ ਨਹੀਂ ਗਿਆ ਉਹ ਵਿਚਾਰਨ ਦੀ ਲੋੜ ਹੈ ਕਿ ਕੀ ਸੰਗਤ ਗੁਰੂ ਤੋਂ ਉੱਪਰ ਹੋ ਸਕਦੀ ਹੈ? ਗੁਰਮਤ ਸਿਧਾਂਤ ਮੁਤਾਬਕ ਤਾਂ ਸੰਗਤ ਖੁਦ ਗੁਰੂ ਦੀ ਹਾਜ਼ਰੀ ਤੋਂ ਬਗੈਰ ਆਪਣੇ ਆਪ ਨੂੰ ਵੀ ਸੰਗਤ ਨਹੀਂ ਅਖਵਾ ਸਕਦੀ। ਸੰਗਤ ਬਣਦੀ ਹੀ ਸ਼ਬਦ ਗੁਰੂ ਦੀ ਹਾਜ਼ਰੀ ਵਿੱਚ ਇਕੱਠੇ ਹੋਏ ਸਿੰਘਾਂ ਨਾਲ ਹੈ। ਸ਼ਬਦ ਗੁਰੂ ਦੀ ਹਾਜ਼ਰੀ ਤੋਂ ਬਗੈਰ ਅਤੇ ਗੁਰਮਤ ਸਿਧਾਂਤ ਤੋਂ ਉਲਟ ਕਿਸੇ ਵੀ ਪ੍ਰਭਾਵ ਹੇਠਾਂ ਲਿਆ ਗਿਆ ਫੈਸਲਾ ਬੋਧਬਦੀ ਸੰਗਤ ਇੱਕੀ ਬਿਸਵੈ ਕਹਿ ਕੇ ਗੁਰਮਤ ਸਿਧਾਂਤਾਂ ਤੇ ਥੋਪਿਆ ਨਹੀਂ ਜਾ ਸਕਦਾ। ਗੁਰ ਦਾ ਪ੍ਰਭੁਤਾ ਧਾਰੀ ਰਾਸ਼ਟਰੀ ਸੰਕਲਪ। ਹਰ ਆਪੇ ਸ਼ਬਦ ਸੁਰਤ ਧੁਨ ਆਪੇ ਅਤੇ ਸ਼ਬਦ ਗੁਰੂ ਸੁਰਤ ਧੁਨ ਚੇਲਾ। ਗੁਰ ਮੂਰਤ ਗੁਰ ਸ਼ਬਦ ਹੈ, ਏਕ ਨਾਮ ਹੁਕਮ ਹੈ, ਨਾਨਕ ਸਤਿਗੁਰੂ ਦੀਆਂ ਬੁਝਾਏ ਜਿਉ। ਅੰਦਰ ਨਾਮ ਨਿਧਾਨ ਹੈ, ਨਾਮੋ ਪ੍ਰਗਟ ਹੈ। ਆਪੀਨੇ ਆਪ ਸਾਜਿਓ, ਆਪੀਨੇ ਰਚਿਓ ਨਾਉ। ਦੁਈ ਕੁਦਰਤ ਸਾਜੀਐ, ਕਰ ਆਸਨ ਡਿਠੋ ਚਾਉ। ਮਨ ਮਹਿ ਜੋਤ, ਜੋਤ ਮਹਿ ਮਨੁਆ, ਪੰਚ ਮਿਲੇ ਗੁਰ ਭਾਈ। ਗੁਰ ਕਾ ਸ਼ਬਦ ਗੁਰ ਥੈ ਟਿਕੈ, ਹੋਰ ਥੈ ਪ੍ਰਗਟ ਨਾ ਹੋਈ। ਇੱਕਾ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ। ਅਕਾਲ ਉਸਤਤ ਵਿੱਚ ਦਰਜ ਹੈ, ਜੋਤ ਕੇ ਜਗਿੰਦਾ ਪ੍ਰਕਾਸ਼ ਕਰਨ ਵਾਲਾ, ਜੰਗ ਜਾਖਰੀ ਫਤਿਹ ਦਹਿੰਦਾ। ਮਿੱਤਰ ਮਾਰੀ ਮਿੱਤਰ ਘਾਤੀ ਕੇ ਮਲਿੰਦਾ, ਪੈ ਕੁਨਿੰਦਾ ਕਹਿ ਬਖਾਨੀਐ। ਉਪਰੋਕਤ ਤੋਂ ਸਪਸ਼ਟ ਹੈ ਕਿ ਗੁਰੂ ਦੇ ਦੋ ਪੱਖ ਹਨ, ਇੱਕ ਜੋਤ ਅਤੇ ਦੂਜਾ ਜੁਗਤ। ਜੋਤ ਦਾ ਸੰਬੰਧ ਗੁਰਿਆਈ ਦੇ ਸਿਧਾਂਤਕ ਪੱਖ ਦੇ ਸੰਕਲਪ ਨਾਲ ਹੈ ਅਤੇ ਜੁਗਤ ਦਾ ਸੰਬੰਧ ਵਿਵਹਾਰਕ ਪੱਖ ਦੇ ਸੰਕਲਪ ਨਾਲ ਹੈ। ਸਿਧਾਂਤਕ ਪੱਖੋਂ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਮਹਾਰਾਜ ਹੈ, ਵਿਵਹਾਰਕ ਪੱਖੋਂ ਗੁਰੂ ਪੰਥ ਜੀ ਮਹਾਰਾਜ ਹੈ।
ਜੋਤ ਉਹਾਂ ਜੁਗਤ ਸਾਏ ਸਹਿਕਾਇਆ ਫੇਰ ਪਲਟੀਏ ਦਾ ਇਹੋ ਹੀ ਸੱਤ ਹੈ। ਸ਼ਬਦ ਦੀ ਕਮਾਈ ਕੀ ਹੈ? ਆਪਾ ਭਾਵ ਅਤੇ ਦਵੈਤ ਭਾਵ ਮਿਟਾ ਕੇ ਹਰੀ ਕੇ ਲਗਾਤਾਰ ਗੁਣ ਗਾਉਣਾ। ਪਾਪ, ਅਗਿਆਨਤਾ, ਤ੍ਰਿਸ਼ਨਾ, ਹਉਮੈ ਅਤੇ ਸਰੀਰ ਦੀਆਂ ਦੁੱਖ ਸੁੱਖ ਦੀਆਂ ਭਾਵਨਾਵਾਂ ਤੋਂ ਉੱਪਰ ਉੱਠ ਕੇ ਆਤਮਾ ਦੇ ਧੁਰ ਅੰਦਰ ਜਿੱਥੇ ਵਾਹਿਗੁਰੂ ਅਨੁਭਵ ਹੁੰਦਾ ਹੈ, ਉੱਥੇ ਟਿਕੀ ਸੁਰਤ ਦਾ ਹੀ ਦੀਪਤੀਮਾਨ ਚਾਨਣ ਸ਼ਬਦ ਹੈ। ਗੁਰਮਤੀ ਦਦ ਮੱਥੀਐ ਅੰਮ੍ਰਿਤ ਪਾਈਐ ਨਾਮ ਨਿਧਾਨਾ ਦਾ ਇਹੋ ਹੀ ਅਨੁਭਵ ਹੈ ਕਿ ਗੁਰ ਉਪਦੇਸ਼ ਦੁਆਰਾ ਦਹੀਂ ਭਾਵ ਸ਼ਬਦ ਰਿੜਕੀਏ ਤਾਂ ਨਾਮ ਨਿਧਾਨ ਰੂਪ ਮੱਖਣ ਨਿਕਲਦਾ ਹੈ। ਪੰਥ ਇਸ ਜੁਗਤ ਰਾਹੀਂ ਹੀ ਮੱਖਣ ਰੂਪੀ ਇਸ ਪ੍ਰਸਾਦ ਨੂੰ ਬ੍ਰਹਿਮੰਡਾਂ ਵਿੱਚ ਵਰਤਾਉਂਦਾ ਹੈ। ਇਹੋ ਹੀ ਜੋਤ ਦਾ ਹੁਕਮ ਹੈ ਜਿਸ ਦਾ ਪਸਾਰਾ ਜੁਗਤ ਅਰਥਾਤ ਸਰੀਰ ਨੇ ਕਰਨਾ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਿਮਰਨ ਦਾ ਕੀ ਅਰਥ ਜਾਂ ਸੰਕਲਪੀ ਗਈ ਕੀ ਧਾਰਨਾ ਹੈ? ਸੁਖਮਨੀ ਸਾਹਿਬ ਦੀ ਬਾਣੀ ਨੂੰ ਆਧਾਰ ਬਣਾ ਕੇ ਅਰਥ ਦਾ ਅਨਰਥ ਸਾਧ ਮੰਡਲੀ ਨੇ ਕਰਕੇ ਮਨੋਕਲਪਿਤ ਵਿਆਖਿਆ ਵਿੱਚ ਸੁਖ ਦਾ ਅਤੇ ਸਿਮਰਨ ਦਾ ਗੁਰੂ ਸੰਕਲਪੀ ਸਿਧਾਂਤ ਹੀ ਬਦਲ ਕੇ ਰੱਖ ਦਿੱਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਸਿਧਾਂਤ ਬੜਾ ਸਪਸ਼ਟ ਅਤੇ ਪ੍ਰਤੱਖ ਹੈ ਕਿ ਸ਼ਬਦ ਗੁਰਬਾਣੀ ਹੈ। ਜੋ ਗੁਰੂ ਹੈ, ਸ਼ਬਦ ਵਿੱਚ ਨਾਮ ਦਾ ਵਾਸ ਹੈ। ਨਾਮ ਅਕਾਲ ਪੁਰਖ ਦਾ ਆਪਣਾ ਸਰੂਪ ਹੈ ਜੋ ਸਰਗੁਣ ਨਿਰਗੁਣ ਆਪ ਅਕਾਲ ਰੂਪ ਹੈ। ਇੰਜ ਨਾਮ ਅਕਾਲ ਪੁਰਖ ਆਪ ਹੈ ਜਿਸ ਦਾ ਸਰਗੁਣ ਸਰੂਪ ਹੁਕਮ ਹੈ। ਹੁਕਮ ਹੀ ਨਾਮ ਹੈ ਜੋ ਗੁਰਬਾਣੀ ਰਾਹੀਂ ਸ਼ਬਦ ਰੂਪ ਵਿੱਚ ਪ੍ਰਗਟ ਹੋ ਰਿਹਾ ਹੈ। ਫਿਰ ਨਾਮ ਦੀ ਪ੍ਰਤੱਖਤਾ ਕੀ ਹੈ? ਸਤਸੰਗ ਕੈਸੀ ਜਾਣੀਐ ਜਿੱਥੈ ਏਕੋ ਨਾਮ ਵਖਾਣੀਐ। ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆਂ ਬੁਝਾਈ ਜੀ। ਬੜੀ ਹੀ ਸਪਸ਼ਟਤਾ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਥੇ ਸਮਝਾਉਂਦੇ ਹਨ ਕਿ ਸਿਰਫ ਸਤਸੰਗਤ ਉਹੀ ਹੈ ਜਿੱਥੇ ਅਕਾਲ ਦੇ ਹੁਕਮ ਨੂੰ ਪ੍ਰਤੱਖ ਕੀਤਾ ਜਾਂਦਾ ਹੈ। ਇਸੇ ਲਈ ਹੀ ਸੰਗਤ ਦਾ ਰੂਪ ਬਦਲ ਕੇ ਪੰਥ ਵਿੱਚ ਸਮੋਹਿਤ ਹੋ ਜਾਂਦਾ ਹੈ। ਸਤਿਗੁਰੂ ਇਸ ਨੂੰ ਹੋਰ ਇੰਜ ਸਪਸ਼ਟ ਕਰਦੇ ਹਨ, ਜਿਸੈ ਨਿਵਾਜੈ ਗੁਰਮੁਖ ਸਾਜੈ ਨਾਮ ਵਸੈ ਤਿਸ ਅਨਹਦ ਵਾਜੈ। ਤਿਸ ਹੀ ਸੁਖ ਤਿਸ ਹੀ ਠਕੁਰਾਈ ਤਿਸੈ ਨ ਆਵੈ ਜਮ ਨੇੜਾ। ਗੱਲ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦੀ ਹੈ। ਜਿਸ ਨੂੰ ਅਕਾਲ ਪੁਰਖ ਆਪ ਮਿਹਰ ਕਰਕੇ ਗੁਰਮੁਖ ਬਣਾ ਕੇ ਨਾਮ ਦੇ ਹੁਕਮ ਦਾ ਧਾਰਨੀ ਬਣਾ ਕੇ ਸਿੱਖੀ ਸਰੂਪ ਵਿੱਚ ਪ੍ਰਗਟ ਕਰਦਾ ਹੈ, ਅਜਿਹੇ ਗੁਰਮੁਖਾਂ ਜਾਂ ਗੁਰਸਿੱਖਾਂ ਦੀ ਸੰਗਤ ਸਤ ਸੰਗਤ ਹੈ, ਕਿਉਂਕਿ ਉੱਥੇ ਕੇਵਲ ਤੇ ਕੇਵਲ ਇੱਕੋ ਨਾਮ ਵਖਾਣੀਏ ਦਾ ਪ੍ਰਤੱਖ ਵਾਸ ਹੈ। ਇਹੋ ਇੱਕੋ ਨਾਮ ਹੀ ਤਾਂ ਹੁਕਮ ਸਾਹਿਬ ਅਕਾਲ ਦਾ ਹੈ। ਯਥਾ ਇੱਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆਂ ਬੁਝਾਈ ਜੀਓ। ਅਕਾਲ ਪੁਰਖ ਨੂੰ ਆਪਣੀ ਚਾਪਲੂਸੀ ਨਹੀਂ ਚਾਹੀਦੀ। ਜਿਵੇਂ ਤੋਤਾ ਰਟਨ ਕਰ ਉਸ ਦੀ ਬਾਣੀ ਨੂੰ ਪੜ੍ਹੀ ਜਾਣ ਦੀ ਕਿਰਿਆ ਨੂੰ ਹੀ ਨਾਮ ਦਾ ਵਖਾਣ ਸਮਝੀ ਅਤੇ ਸਮਝਾਈ ਜਾਂਦੇ ਹਨ। ਅਕਾਲ ਪੁਰਖ ਆਪਣੇ ਸੁੱਤ ਮਨੁੱਖ ਤੋਂ ਆਪਣੇ ਹੁਕਮ ਨੂੰ ਮੰਨਣ ਦਾ ਆਚਰਣ ਅਤੇ ਇਸੇ ਹੁਕਮ ਅਨੁਸਾਰ ਮਨੁੱਖ ਵੱਲੋਂ ਆਪਣੇ ਕਿਰਦਾਰ ਦਾ ਨਿਰਮਾਣ ਕਰਨ ਦਾ ਸੰਕਲਪ ਦਿੰਦਾ ਹੈ। ਜੋ ਬੱਚਾ ਆਪਣੇ ਮਾਪਿਆਂ ਦਾ ਕਹਿਣਾ ਨਹੀਂ ਮੰਨਦਾ ਪਰ ਰਾਤ ਦਿਨ ਆਪਣੇ ਮਾਪਿਆਂ ਦਾ ਨਾਮ ਲਈ ਜਾਵੇ ਅਤੇ ਕੰਮ ਮਾਪਿਓ ਦੀ ਸਿੱਖਿਆ ਦੇ ਵਿਪਰੀਤ ਹੀ ਕਰੀ ਜਾਵੇ, ਕਿ ਮਾਪਿਓ ਉਸ ਤੇ ਖੁਸ਼ ਹੋ ਕੇ ਆਪਣੀ ਅਸੀਸ ਦੇਣਗੇ? ਅਜਿਹੀ ਔਲਾਦ ਨੂੰ ਕਦੇ ਵੀ ਮਾਤਾ ਪਿਤਾ, ਆਪਣੇ ਵਡੇਰਿਆਂ ਜਾਂ ਆਪਣੇ ਅਧਿਆਪਕਾਂ ਦੀ ਕਿਰਪਾ ਦ੍ਰਿਸ਼ਟੀ ਨਹੀਂ ਮਿਲਦੀ। ਉਹ ਕਦੇ ਵੀ ਕਿਸੇ ਵੀ ਖੇਤਰ ਵਿੱਚ ਸਫਲ ਨਹੀਂ ਹੋ ਸਕਦਾ, ਭਾਵੇਂ ਉਸ ਪਾਸ ਡਿਗਰੀਆਂ ਦਾ ਢੇਰ ਹੀ ਕਿਉਂ ਨਾ ਆ ਜਾਵੇ, ਕਿਉਂਕਿ ਉਸ ਦੀ ਫਿਤਰਤ ਹੀ ਮਿਲੀ ਸਿੱਖਿਆ ਦੇ ਉਲਟ ਤੇ ਵਿਰੁੱਧ ਕੰਮ ਕਰਨ ਦੀ ਜੋ ਹੁੰਦੀ ਹੈ। ਫਿਰ ਅਕਾਲ ਪੁਰਖ ਤੋਂ ਮਨੁੱਖ ਕਿਵੇਂ ਆਸ ਰੱਖਦਾ ਹੈ ਕਿ ਕੰਮ ਉਹ ਸਾਰੇ ਅਕਾਲ ਪੁਰਖ ਦੀ ਰਜ਼ਾ ਦੇ ਉਲਟ ਕਰੇ ਅਤੇ ਹੁਕਮ ਇੱਕ ਵੀ ਨਾ ਮੰਨੇ, ਪਰ ਰੋਸ ਜ਼ਰੂਰ ਕਰੇ ਕਿ ਰੱਬ ਸੁਣਦਾ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖ ਸੱਭਿਅਤਾ ਦੀ ਗੁਰਮਤ ਸਿੱਖਿਆ ਹੀ ਇਹ ਹੈ, ਸਿਮਰੋ ਨਾਮ ਹੋ ਮਿਹਰਵਾਨਾ। ਇਸੇ ਲਈ ਹੀ ਸਤਿਗੁਰੂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਕ 296 ਤੇ ਸੁਖਮਨੀ ਦੀ ਬਾਣੀ ਵਿੱਚ ਸਮਝਾਇਆ ਹੈ, ਸਭ ਤੇ ਊਚ ਤਾਕੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖਮਨੀ। ਤੋਤਾ ਰਟਨ ਨਾਲ ਨਹੀਂ, ਸਗੋਂ ਨਾਮ ਜੋ ਹੁਕਮ ਹੈ ਉਸ ਹੁਕਮ ਦੀ ਰਜਾ ਵਿੱਚ ਜਿਉਣ ਜੀਣ ਦੀ ਰਹਿਤ ਅਤੇ ਕਿਰਦਾਰ ਦੇ ਚਰਿੱਤਰ ਨਿਰਮਾਣ ਨਾਲ ਹੀ ਸੋਭਾ ਬਣਦੀ ਹੈ ਅਤੇ ਇਸ ਹੁਕਮ ਮੰਨਣ ਦੇ ਗੁਣ ਨਾਲ ਹੀ ਮਨੁੱਖਤਾ ਸੁਖਮਨੀ ਬਣਦੀ ਹੈ। ਜੇ ਨਾਮ ਹੁਕਮ ਹੈ ਤਾਂ ਫਿਰ ਸਿਮਰੋ ਨਾਮ ਤੋਂ ਕੀ ਅਰਥ ਹੋਇਆ? ਪ੍ਰਚਲਿਤ ਅਰਥਾਂ ਵਿੱਚ ਕੀਰਤਮ ਨਾਮ ਕਥੇ ਤੇਰੇ ਜਿਹਬਾ, ਸਤ ਨਾਮ ਤੇਰਾ ਪਰਾ ਪੂਰਬਲਾ। ਰੱਬ ਦੇ ਕਿਸੇ ਵਿਸ਼ੇਸ਼ ਨਾਮ ਦਾ ਹੀ ਰਟਨ ਕਰੀ ਜਾਣ ਨੂੰ ਸਿਮਰਨ ਨਹੀਂ ਕਿਹਾ ਜਾਂਦਾ।
ਗੁਰੂ ਗ੍ਰੰਥ ਸਾਹਿਬ ਜੀ ਹੇਠਲੇ ਗੁਰਬਾਣੀ ਦੇ ਸ਼ਬਦ ਵਿੱਚ ਸਿਮਰਨ ਦੇ ਗੁਰਮਤ ਵਿੱਚ ਅਪਣਾਏ ਗਏ ਅਰਥ ਨੂੰ ਖੋਲ ਕੇ ਸਮਝਾਉਂਦੇ ਹਨ। ਮਾਰੂ ਸੋਲੇ ਮਹੱਲਾ ਪੰਜਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਿਮਰੈ ਧਰਤੀ ਅਰ ਆਕਾਸਾ, ਸਿਮਰੈ ਚੰਦ ਸੂਰਜ ਗੁਣ ਤਾਸਾ, ਪੌਣ ਪਾਣੀ ਬੈ ਸੰਤਰ ਸਿਮਰੈ, ਸਿਮਰੈ ਸਗਲ ਉਪਾਰਜਨਾ। ਸਿਮਰੈ ਖੰਡ ਦੀਪ ਸਭ ਲੋਆ, ਸਿਮਰੈ ਪਾਤਾਲ ਪੁਰੀਆ ਸਚ ਸੋਆ, ਸਿਮਰੈ ਖਾਣੀ ਸਿਮਰੈ ਬਾਣੀ, ਸਿਮਰੈ ਸਗਲੈ ਹਰ ਜਨਾ। ਸਿਮਰੈ ਬ੍ਰਹਮੈ ਬਿਸਨ ਮਹੇਸਾ, ਸਿਮਰੈ ਦੇਵਤੇ ਕੋੜ ਤੈਤੀਸਾ, ਸਿਮਰੈ ਜਖ ਦੈਤ ਸਭ ਸਿਮਰੈ, ਅਗਨਤ ਨਾ ਜਾਈ ਜਸ ਗਨਾ। ਸਿਮਰੈ ਪਸ ਪੰਖੀ ਸਭ ਭੂਤਾ, ਸਿਮਰੈ ਬਨ ਪਰਬਤ ਅਵਤੂਤਾ, ਲਤਾ ਬਲੀ ਸਾਖ ਸਭ ਸਿਮਰੈ, ਰਵ ਰਹਿਆ ਸੁਆਮੀ ਸਭ ਮਨਾ। ਸਿਮਰੈ ਥੂਲ ਸੂਖਮ ਸਭ ਜਨਤਾ, ਸਿਮਰੈ ਸਿੱਧ ਸਾਧਿਕ ਹਰਮੰਤਾ, ਗੁਪਤ ਪ੍ਰਗਟ ਸਿਮਰੈ ਪ੍ਰਭ ਮੇਰੇ, ਸਗਲ ਭਵਨ ਕਾ ਪ੍ਰਭ ਤਨਾ। ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ ਸ਼ਬਦ ਵਿੱਚ ਸਿਮਰੈ ਸਿਮਰੈ ਅਰਥਾਤ ਸਿਮਰਨ ਦੇ ਅਰਥ ਸਪਸ਼ਟ ਕਰਦੇ ਹਨ ਕਿ ਧਰਤੀ, ਆਕਾਸ਼, ਚੰਦ, ਸੂਰਜ, ਪੌਣ ਪਾਣੀ, ਅੱਗ, ਖੰਡ, ਦੀਪ, ਪਾਤਾਲ, ਖਾਣੀਆਂ ਬਾਣੀਆਂ, ਸਭ ਥੂਲ ਅਸਥੂਲ, ਸਭ ਅਕਾਲ ਪੁਰਖ ਦੀ ਰਜ਼ਾ ਅਰਥਾਤ ਸਿਮਰਨ ਤੋਂ ਭਾਵਰਤ ਅਕਾਲ ਪੁਰਖ ਦੇ ਹੁਕਮ ਦੀ ਰਜ਼ਾ ਵਿੱਚ ਹੀ ਵਿਚਰਦੇ ਪਏ ਹਨ ਅਤੇ ਰਹਿੰਦੇ ਹਨ ਅਰਥਾਤ ਅਕਾਲ ਪੁਰਖ ਦੇ ਨਿਯਮਾਂ ਦਾ, ਕਾਨੂੰਨਾਂ ਦਾ ਪਾਲਣ ਕਰਦੇ ਹਨ। ਕੋਈ ਹੁਕਮ ਅਦੂਲੀ ਨਹੀਂ ਕਰਦੇ, ਕਿਉਂਕਿ ਨਾਨਕ ਨਾਮ ਬਿਨਾ ਕੋ ਥਿਰ ਨਹੀਂ ਨਾਮੈ ਬਲ ਜਾਸਾ। ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ ਦੀ ਗੁਰਮਤ ਮਰਿਆਦਾ ਦੀ ਇਹੋ ਨੀਅਤ ਕੀਤੀ ਗਈ ਹੈ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ। ਇਹੋ ਹੀ ਗੁਰਮਤ ਸਭਿਅਤਾ ਦੀ ਸਿੱਖੀ ਪਹਿਚਾਣ ਹੈ। ਗੁਰਮਤ ਸ਼ਬਦਾਰਥਾਂ ਵਿੱਚ ਸਿਮਰਨ ਦਾ ਅਰਥ ਹੀ ਇਸੇ ਲਈ ਹੁਕਮ ਰਜਾਈ ਚੱਲਣਾ ਵਿੱਚ ਹੈ। ਇਸ ਯੁਗ ਮਹਿ ਨਾਮ ਨਿਧਾਨ ਹੈ, ਨਾਮੋ ਨਾਲ ਚੱਲੈ, ਇਹ ਅਕੁੱਠ ਕਦੇ ਨਾ ਨਿਖੁੱਟੇ, ਖਾਏ ਖਰਚਿਓ ਪੱਲੇ। ਕਿਉਂਕਿ ਨਾਨਕ ਨਾਮ ਬਿਨਾ ਕੋ ਥਿਰ ਨਹੀਂ ਨਾਮੈ ਬਲ ਜਾਸਾ। ਸਿੱਖੀ ਵਿੱਚ 10 ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਨਿਸ਼ਚਾ ਰੱਖਣ ਦਾ ਸਿਧਾਂਤਕ ਸੰਕਲਪ ਹੀ ਇਹੋ ਹੈ ਕਿ ਮਨ, ਬਚਨ, ਕਰਮ, ਉਪਾਸਨਾ ਜਾਂ ਧਰਮ, ਬੁੱਧੀ ਦੇ ਵਿਵੇਕ ਤੋਂ ਗੁਰੂ ਦੇ ਹੁਕਮਾਂ ਤੇ ਵਿਹਾਰਕ ਜ਼ਿੰਦਗੀ ਵਿੱਚ ਅਮਲ ਕਰਨਾ। ਅਮਲ ਕਰਨ ਵਾਲਾ ਸਿੱਖ ਹੀ ਸਿੰਘ ਹੁੰਦਾ ਹੈ, ਸਿੰਘ ਸੱਜਦਾ ਹੈ ਅਰਥਾਤ ਸਿੱਖ ਹੁਕਮ ਰਜਾਈ ਚੱਲਦਾ ਹੋਇਆ ਜਦੋਂ ਗੁਰੂ ਆਦੇਸ਼ਾਂ ਅਤੇ ਕਾਨੂੰਨਾਂ ਦਾ ਸਿਮਰਨ ਆਪਣੀ ਜ਼ਿੰਦਗੀ ਵਿੱਚ ਕਰਦਾ ਹੈ, ਉਹ ਸਿੰਘ ਸੱਜ ਕੇ ਸਭ ਕੁਝ ਗੁਰੂ ਨੂੰ ਅਰਪਣ ਕਰ ਦਿੰਦਾ ਹੈ। ਸਿੱਖ ਤੋਂ ਸਿੰਘ ਤੱਕ ਦਾ ਇਹੋ ਸਫ਼ਰ ਹੈ ਜੋ ਸੰਗਤ ਤੋਂ ਪੰਥ ਤੱਕ ਪੁੱਜਦਾ ਹੈ। ਇਹੋ ਅਕਾਲ ਦਾ ਸਿਮਰਨ ਹੈ ਜਿਸ ਅਧੀਨ ਮਨੁੱਖਤਾ ਨੂੰ ਸੁਖਮਨੀ ਬਣਾਉਣ ਤੇ ਪੁਜਾਉਣ ਵਾਸਤੇ ਹੀ ਪੰਥ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਾਂ ਦਾ ਰਾਜ ਅਕਾਲ ਦੀ ਰਜ਼ਾ ਵਿੱਚ ਸਥਾਪਿਤ ਕਰਦਾ ਹੈ ਅਤੇ ਇਸ ਨੂੰ ਸदैव ਬਣਾਈ ਰੱਖਣ ਵਾਸਤੇ ਹੀ ਨਿਰੰਤਰ ਯਤਨਸ਼ੀਲ ਰਹਿੰਦਾ ਹੈ। ਮੀਰੀ ਪੀਰੀ ਸੰਤ ਸਿਪਾਹੀ ਦੀ ਗੁਰਮਤ ਸੱਭਿਅਤਾ ਵਿਚਲੀ ਸਿੱਖੀ ਦਾ ਨਾਮ ਦੇ ਸਿਮਰਨ ਦਾ ਇਹੋ ਸੰਕਲਪ, ਸਿਧਾਂਤ ਅਤੇ ਧਾਰਨਾ ਹੈ ਜੋ ਅਟੁੱਟ ਹੈ। ਗੁਰੂ ਪਦਵੀ ਦਾ ਪ੍ਰਭੂਤਾ ਧਾਰੀ ਰਾਸ਼ਟਰੀ ਸੰਕਲਪ। ਅਸੀਂ ਵਿਚਾਰ ਕਰ ਰਹੇ ਹਾਂ ਗੁਰੂ ਪਦਵੀ ਤੇ, ਇੰਜ ਇਸੇ ਵੱਲ ਫਿਰ ਮੁੜਦੇ ਹਾਂ। ਮਨੁੱਖ ਨੂੰ ਜੋ ਅਕਾਲੀ ਪਰਮ ਸੱਤ ਦੀ ਨਿਰਭਉ ਅਤੇ ਨਿਰਵੈਰ ਸਹਿਭੰਗ ਸ਼ਬਦ ਚਿੰਤਨ ਦਾ ਅਕਾਲ ਦੀ ਪਰਮ ਸਿੱਧੀ ਵੱਲ ਲੈ ਜਾ ਕੇ ਆਨੰਦ ਸਾਹਿਬ ਦੀ ਬਾਣੀ ਵਿਚਲੇ ਆਨੰਦ ਭਇਆ ਮੇਰੀ ਮਾਏ ਦੇ ਅਸਲ ਤੱਤ ਸਾਰ ਨਾਨਕ ਨਾਮ ਰਤੈ ਸਦਾ ਆਨੰਦ ਹੈ, ਹਰ ਮਿਲਿਆ ਕਾਰਜ ਸਾਰੇ ਦੇ ਨੇਹ ਸ਼ਚਲ ਤਖਤ ਦੇ ਸੋਦਰ ਤੱਕ ਲੈ ਅਪੜਦੀ ਹੈ ਅਤੇ ਉਹ ਜੋਤ ਹੀ ਗੁਰਪ੍ਰਸਾਦ ਦਾ ਪ੍ਰਕਾਸ਼ ਹੈ। ਇਹ ਉਹ ਪ੍ਰਕਾਸ਼ ਹੈ ਜੋ ਅਕਾਲ ਮੂਰਤ ਹੈ, ਅਜੂਨੀ ਹੈ, ਸਹਿਭੰਗ ਹੈ। ਗੁਰਮਤ ਅਨੁਕੂਲ ਇਸ ਦੀ ਪ੍ਰਾਪਤੀ ਗੁਰਪ੍ਰਸਾਦ ਰਾਹੀਂ ਹੀ ਸੰਭਵ ਹੈ। ਸ਼੍ਰੀਮਾਨ ਮਥਰਾ ਭੱਟ ਆਪਣੇ ਸਵਈਆਂ ਵਿੱਚ ਸਪਸ਼ਟ ਲਿਖਦੇ ਹਨ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਇੰਜ ਹੀ ਸ਼੍ਰੀਮਾਨ ਸੱਤਾ ਤੇ ਬਲਵੰਡ ਆਪਣੀ ਵਾਰ ਵਿੱਚ ਗੁਰੂ ਆਸ਼ੇ ਨੂੰ ਸਪਸ਼ਟ ਕਰਦੇ ਹਨ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਾਜੇ ਖਾਲਸੇ ਨਿਮਿਤ ਤਾਂ ਹੀ ਹੁਕਮ ਕੀਤਾ ਹੈ, ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੇਕ ਨਾ ਆਨੈ, ਪੂਰਨ ਜੋਤ ਜਗੈ ਘਟ ਮੈਂ ਤਬ, ਖਾਲਸ ਤਾਹੇ ਨਿਖਾਲਸ ਜਾਣੈ। ਇਸੇ ਲਈ ਹੀ ਨਾਨਕ ਗੁਰਮੁਖ ਪੰਥ ਚਲਾਇਆ ਹੈ, ਜਿਸ ਵਿੱਚ ਨਾਨਕ ਸਰੀਰ ਵਿੱਚ ਜੋਤ ਹੈ ਅਤੇ ਕਰਮ ਵਿੱਚ ਪੰਥ।
ਇਸੇ ਲਈ ਹੀ ਖਾਲਸਾ ਅਕਾਲ ਤਖਤ ਸਾਹਿਬ ਤੇ ਬਿਰਾਜਿਆ ਸੰਤ ਵੀ ਹੈ ਤੇ ਸਿਪਾਹੀ ਵੀ। ਇਸੇ ਲਈ ਹੀ ਪੰਥ ਗੁਰੂ ਗ੍ਰੰਥ ਦੀ ਤਾਬਿਆ ਸਜਿਆ ਗੁਰੂ ਵੀ ਹੈ ਤੇ ਸਿੱਖ ਵੀ। ਇਹ ਭੇਦ ਵਿੱਚ ਅਭੇਦਤਾ ਹੀ ਸਿੰਘ ਦੀ ਜੀਵਨ ਜਾਚ ਦੀ ਵਿਲੱਖਣਤਾ ਹੈ। ਇਹੋ ਹੀ ਨਿਰਗੁਣ ਤੇ ਸਰਗੁਣ ਸਰੂਪ ਦਾ ਪ੍ਰਗਟ ਪ੍ਰਤੱਖ ਸਰੂਪ ਹੈ ਜੋ ਅਕਾਲ ਰੂਪ ਪੂਜਣਯੋਗ ਹੈ। ਇਸੇ ਲਈ ਹੀ ਗੁਰੂ ਸਿੱਖ, ਸਿੱਖ ਗੁਰੂ ਹੈ, ਏਕੋ ਗੁਰ ਉਪਦੇਸ਼ ਚਲਾਏ। ਤਾਂ ਹੀ ਤਾਂ ਇਸ ਸਿਧਾਂਤ ਨੂੰ ਦ੍ਰਿੜ ਕਰਵਾਉਣ ਲਈ ਕਿਹਾ ਹੈ, ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ। ਬਾਹੁਕਮ ਗੁਰੂ ਗੋਬਿੰਦ ਸਿੰਘ ਜੀ ਅਤੇ ਗੁਰਗੱਦੀ ਦੀ ਰੀਤ ਮੁਤਾਬਕ ਸਤਿਗੁਰਾਂ ਨੇ ਸਰੀਰ ਛੱਡਣ ਤੋਂ ਪਹਿਲਾਂ ਹੀ ਜੋਤ ਗ੍ਰੰਥ ਵਿੱਚ ਤੇ ਉਸ ਦੀ ਜੁਗਤ ਪੰਥ ਵਿੱਚ ਸਮੋਹਿਤ ਕਰ ਦਿੱਤੀ। ਠੀਕ ਉਵੇਂ ਹੀ ਜਿਵੇਂ ਜੋਤ ਉਹਾਂ ਜੁਗਤ ਸਾਏ ਸਹਿਕਾ ਇਆਂ ਫੇਰ ਪਲਟੀਐ ਅਤੇ ਗੁਰ ਚੇਲੇ ਰਹਿਰਾਸ ਕੀ ਨਾਨਕ ਸਲਾਮਤ ਥੀਵਦੇ ਸਹਿ ਟਿਕਾ ਦਿਤੋਸ ਜੀਵਦੇ। ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿੱਚ ਇਸੇ ਸਿਧਾਂਤ ਦੀ ਹੀ ਵਿਆਖਿਆ ਬਾਰੰਬਾਰ ਕਰਦੇ ਹਨ। ਭਾਈ ਨੰਦ ਲਾਲ ਜੀ ਤੋਸੀਫੇ ਸਨਾ ਵਿੱਚ ਇਸੇ ਗੁਰ ਸਿਧਾਂਤ ਦੀ ਗਵਾਹੀ ਭਰਦੇ ਹਨ। ਗੁਰੂ ਦਸਮ ਪਿਤਾ ਸੰਬੰਧੀ ਬਚਿੱਤਰ ਨਾਟਕ ਵਿੱਚ ਵੀ ਇਸੇ ਹੀ ਰੀਤ ਦਾ ਵਰਣਨ ਕੀਤਾ ਜਾਂਦਾ ਹੈ। ਨਾਨਕ ਅੰਗਦ ਕੋ ਬਪ ਧਰਾਂ ਅਮਰਦਾਸ ਪੁਨ ਨਾਮ ਕਹਾਇਓ, ਜਨ ਦੀਪਕ ਤੇ ਦੀਪ ਜਗਾਇਓ। ਰਾਮਦਾਸ ਹਰ ਸੋ ਮਿਲ ਗਏ, ਗੁਰਤਾ ਦੇਤ ਅਰਜਨੇ ਭਏ। ਇਸ ਤੋਂ ਵਿਪਰੀਤ ਅਤੇ ਇਸ ਤੋਂ ਬਾਹਰ ਦੀ ਕੋਈ ਪਰਿਪਾਟੀ ਜਾਂ ਪਰੰਪਰਾ ਤੇ ਮਰਿਆਦਾ ਗੁਰਤਾ ਬਖਸ਼ਿਸ਼ ਕਰਨ ਵੇਲੇ ਹੋਰ ਕੋਈ ਹੋ ਹੀ ਨਹੀਂ ਸੀ ਸਕਦੀ। ਇਹ ਨਿਸ਼ਚਿਤ ਹੈ, ਇਹ ਅਟੱਲ ਹੈ, ਇਸ ਗੁਰ ਸਿਧਾਂਤ ਦੇ ਅਨੁਰੂਪ ਹੀ ਹੈ ਕਿ ਗੁਰੂ ਸਾਹਿਬ ਨੇ ਨੰਦੇੜ ਦੀ ਧਰਤੀ ਤੇ ਅਤੇ ਇਸ ਤੋਂ ਪਹਿਲਾਂ ਚਮਕੌਰ ਦੀ ਧਰਤੀ ਤੇ ਅਤੇ ਇਸ ਤੋਂ ਵੀ ਪਹਿਲਾਂ ਕੇਸਗੜ੍ਹ ਦੀ ਧਰਤੀ ਅਨੰਦਪੁਰ ਤੇ ਗੁਰ ਜੁਗਤ ਖਾਲਸੇ ਵਿੱਚ ਪੰਥ ਰੂਪ ਵਿੱਚ ਧਰ ਦਿੱਤੀ। ਇਹ ਨਿਰਵਿਵਾਦਤ ਸੱਚ ਹੈ, ਇਹੋ ਹੀ ਆਦ ਸੱਚ ਹੈ, ਇਹੋ ਹੀ ਸੱਚ ਰਹੇਗਾ ਕਿ ਨਾਮ ਦੇ ਹੁਕਮ ਦਾ ਪਾਸਾਰਾ ਕਰਨ ਹਿਤ ਜੁਗਤ ਰੂਪ ਦੀ ਜ਼ਿੰਮੇਵਾਰੀ ਸਰੀਰ ਰੂਪ ਵਿੱਚ ਸਤਿਗੁਰੂ ਨੇ ਪੰਥ ਖਾਲਸਾ ਤੇ ਪਾ ਦਿੱਤੀ। ਪਰ ਨਾਲ ਹੀ ਨਾਲ ਇੱਕ ਹੋਰ ਬੜਾ ਹੀ ਅਦਭੁਤ ਕੰਮ ਇਹ ਕੀਤਾ ਕਿ ਦਸਮ ਪਾਤਸ਼ਾਹ ਨੇ ਸਰੀਰ ਰੂਪ ਵਿੱਚ ਜੋਤ ਦੇ ਪਾਸਾਰੇ ਤੇ ਠੱਲ ਪਾ ਦਿੱਤੀ। ਸਰੀਰ ਨੂੰ ਸਿਰਫ ਜੁਗਤ ਵਰਤਾਉਣ ਅਤੇ ਹੁਕਮ ਲਾਗੂ ਕਰਵਾਉਣ ਦੀ ਜ਼ਿੰਮੇਵਾਰੀ ਦਿੱਤੀ। ਜੁਗਤ ਨੂੰ ਸ਼ਬਦ ਦੇ ਨਾਮ ਦੇ ਜਾਂ ਕਹੋ ਕਿ ਗੁਰਬਾਣੀ ਦੇ ਅਧੀਨ ਕਰ ਦਿੱਤਾ। ਹੁਕਮ ਦਾ ਵਰਤਾਰਾ ਅਤੇ ਰਜ਼ਾ ਦੀ ਬਹਾਲੀ ਗੁਰੂ ਦੀ ਜੋਤ ਦਾ ਪਾਸਾਰਾ ਸਿਰਫ ਤੇ ਸਿਰਫ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਖਸ਼ਿਸ਼ ਕਰ ਦਿੱਤਾ ਹੈ। ਇਹ ਪ੍ਰਬੰਧਕੀ ਨਿਜ਼ਾਮ ਅਤੇ ਪ੍ਰਣਾਲੀ ਆਤਮ ਮੰਡਲ ਅਤੇ ਧਰਤੀ ਬ੍ਰਹਿਮੰਡਲ ਤੇ ਆਪਣੀ ਮਿਸਾਲ ਆਪ ਹੀ ਹੈ। ਇੰਜ ਸਮਾਜਿਕ ਅਤੇ ਧਾਰਮਿਕ ਖੇਤਰ ਵਿੱਚ ਪਹਿਲੀ ਵਾਰ ਹੀ ਹੋਇਆ ਹੈ। ਇੰਜ ਖਾਲਸਾ ਗੁਰਤਾ ਦੀ ਜੁਗਤ ਨਾਲ ਇਸ ਧਰਤੀ ਤੇ ਅਵਤਰਿਤ ਹੁੰਦਾ ਹੈ। ਗ੍ਰੰਥ ਪੰਥ ਦੇ ਸਨਮੁਖ ਉਹ ਜੋਤ ਅਤੇ ਜੁਗਤ ਦੇ ਰੂਪ ਵਿੱਚ ਗੁਰਿਆਈ ਧਾਰਨ ਕਰਦਾ ਹੈ। ਇਸ ਵਿੱਚ ਕੋਈ ਵਿਵਾਦ ਨਹੀਂ ਹੈ। ਇੰਜ ਗ੍ਰੰਥ ਦੇ ਸ਼ਬਦ ਰੂਪ ਦਾ ਹੁਕਮ ਪੰਥ ਦੇ ਪਾਕ ਸਾਫ ਸਰੀਰ ਰੂਪੀ ਸੰਗਠਨ ਰਾਹੀਂ ਅਮਲੀ ਜਾਮਾ ਗ੍ਰਹਿਣ ਕਰਦਾ ਹੈ। ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਹੁਣ ਪੰਥ ਹੀ ਹੈ ਜੋ ਗ੍ਰੰਥ ਦੇ ਸ਼ਬਦ ਰੂਪੀ ਜੋਤ ਨੂੰ ਸਰੀਰ ਰੂਪ ਵਿੱਚ ਜ਼ਬਾਨ ਅਤੇ ਉਸ ਦੇ ਹੁਕਮ ਨੂੰ ਅਮਲ ਪ੍ਰਦਾਨ ਕਰਦਾ ਹੈ। ਪੰਥ ਰੂਪੀ ਸੰਗਠਨ ਦਾ ਇਹ ਸੰਤ ਸਿਪਾਹੀ ਖਾਲਸਾ ਹੀ ਹੈ ਜੋ ਗੁਰੂ ਦੇ ਹੁਕਮ ਦਾ ਪ੍ਰਸਾਰ, ਅਮਲ, ਨਿਰਧਾਰਨ ਅਤੇ ਅਵਤਰਨ ਕਰਨ ਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਤੇ ਸ਼ਬਦ ਸਰੂਪ ਗੁਰਮਤ ਹੁਕਮ ਅਨੁਸਾਰ ਗੁਰ ਵਰਸਾਇਆ ਸਰੀਰ ਰੂਪ ਵਿੱਚ ਗੁਰਗੱਦੀ ਨਸ਼ੀਨ ਇੱਕੋ ਇੱਕ ਵਾਰਸ ਹੈ, ਹੋਰ ਕੋਈ ਨਹੀਂ। ਆਤਮ ਪ੍ਰਕਾਸ਼ ਅਰਥਾਤ ਜੋਤ ਅਕਾਲ ਦੀ ਸੱਤਿਆ ਦਾ ਹੀ ਨਾਮ ਹੈ ਜੋ ਪੰਥ ਖਾਲਸੇ ਰਾਹੀਂ ਹੀ ਸਿੱਖੀ ਵਿੱਚ ਪ੍ਰਗਟ ਹੁੰਦੀ ਹੈ। ਇੰਜ ਪੰਥ ਗੁਰੂ ਹੈ, ਗੁਰੂ ਪੰਥ ਹੈ, ਪਰ ਇਹ ਪਦਵੀ ਸਿਰਫ ਸਰੀਰ ਰੂਪ ਵਿੱਚ ਹੈ। ਇਹ ਸਰੀਰ ਰੂਪ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਦਾ, ਰਜ਼ਾ ਅਤੇ ਮਰਿਆਦਾ ਦਾ ਪਾਬੰਦ ਹੈ ਅਤੇ ਉਦੋਂ ਤੱਕ ਹੀ ਗੁਰਿਆਈ ਦੀ ਜੁਗਤ ਦਾ ਅਧਿਕਾਰੀ ਹੈ ਜਦ ਤੱਕ ਇਹ ਇੰਜ ਸ਼ਬਦ ਗੁਰੂ ਦੇ ਆਦੇਸ਼ਾਂ ਦੇ ਅਧੀਨ ਵਰਤਾਰਾ ਕਰਦਾ ਹੈ। ਸ਼ਬਦ ਗੁਰੂ ਦੇ ਹੁਕਮ ਦੀ ਰਜਾ ਵਿੱਚ ਜੋਤ ਪ੍ਰਕਾਸ਼ ਦਾ ਜਦੋਂ ਹੀ ਅਮਲੀ ਪ੍ਰਗਟਾ ਪੰਥ ਰੂਪ ਸਰੀਰ ਵਿੱਚ ਘਟਦਾ ਜਾਂ ਮੁੱਕਦਾ ਹੈ ਤਾਂ ਉਦੋਂ ਹੀ ਜੋਤ ਆਪਣੀ ਜੁਗਤ ਹੰਢਾਉਣ ਦੇ ਅਧਿਕਾਰ ਤੋਂ ਇਸ ਨੂੰ ਵਰਜਿਤ ਕਰ ਦਿੰਦੀ ਹੈ। ਰਾਜਨੀਤਿਕ ਸੰਪ੍ਰਭੂਤਾ ਹੰਢਾਉਣ ਦੇ ਪੱਖ ਤੋਂ ਇਹ ਕਸਵੱਟੀ ਖਾਲਸੇ ਦਾ ਗੁਣਤੰਤਰੀ ਗਣਤੰਤਰ ਵਿਚਲੀ ਨਿਰਣਾਇਕ ਸੰਸਦੀ ਲੋਕਤੰਤਰ ਦੀ ਸੰਗਤੀ ਪ੍ਰਣਾਲੀ ਦੀ ਸੰਸਦ ਹੈ ਜੋ ਅੰਤਿਮ ਤੌਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਪੰਥਕ ਵਰਤਾਰੇ ਗੁਰ ਪੰਥ ਖਾਲਸੇ ਦੇ ਅਧੀਨ ਹੈ। ਸਿੱਖ ਸੱਭਿਅਤਾ ਵਿੱਚ ਓਤ-ਪੋਤ ਖਾਲਸੇ ਦੇ
ਸਮਾਜਿਕ ਜੀਵਨ ਅਤੇ ਸੱਭਿਆਚਾਰ ਵਿੱਚ ਜੋ ਸੁਭਾਅ ਅਤੇ ਸਰੀਰ ਰਚਨਾ ਵਿੱਚ ਖੂਨ ਵਾਂਗ ਰਚਿਆ ਸੀ, ਉਸ ਦੇ ਵਰਣਨ ਵਿੱਚ ਸਮਕਾਲੀਨ ਲਿਖਤਾਂ ਦੇ ਕਈ ਪ੍ਰਮਾਣ ਮੌਜੂਦ ਹਨ। ਇਹ ਪ੍ਰਮਾਣ ਹੀ ਸਾਬਤ ਕਰਕੇ ਦੱਸਦੇ ਹਨ ਕਿ ਸਿੰਘ ਨੂੰ ਇਸ ਬ੍ਰਹਿਮੰਡ ਵਿੱਚ ਅਵਤਰਨ ਕਰਾਉਣ ਵਾਲੇ ਸਿਰਜਣਹਾਰੇ ਨੇ ਹੀ ਇਸ ਸਿੰਘ ਖਾਲਸੇ ਦੀ ਸੱਤਾ ਅਤੇ ਸਰੋਤ ਵੀ ਨਿਰਧਾਰਿਤ ਕਰ ਦਿੱਤਾ ਹੈ। ਸਿੰਘ ਖਾਲਸੇ ਦੇ ਸਿਰਜਣਹਾਰੇ ਵੱਲੋਂ ਤਾਂ ਹੀ ਵਰਤਾਰੇ ਵਿੱਚ ਇਸ ਦਾ ਅਮਲ ਗੁਰੂ ਪੰਥ ਖਾਲਸਾ ਵਰਤੰਤਾ ਪ੍ਰਗਟ ਕੀਤਾ ਗਿਆ, ਜਿਸ ਕਰਕੇ ਹੀ ਸਪਸ਼ਟ ਤੌਰ ਤੇ ਲਿਖਿਆ ਗਿਆ। अपन पो गुर खालसे दीना, दुतिया रूप सतगुरु ग्रंथा, बोलन सतगुर शब्द सुभाखन, नाम गोबिंद कीर्तन संथा, गुनानवाद पुन सिफत सलाहन, ऊठत बैठत सैन करंथा, पावन पंथ खालसा प्रगट्यो, चार वर्ण आश्रम शुभ पंथा, परतख्या कला पार ब्रह्म थणी छै, ग्रंथ पंथ खालसा वरतंता, दास गोबिंद फतेह सतगुर की, खालसा ग्रंथ गुरु रूप बदंता। अपनी सिरजना ਨੂੰ ਗੁਰੂ ਨਾਨਕ ਦੀਆਂ ਲੀਹਾਂ ਅਨੁਰੂਪ ਹੀ ਦਸਮ ਪਿਤਾ ਆਪਣੇ ਜਿਹਾ ਅਰਥਾਤ ਗੁਰੂ ਰੂਪ ਪ੍ਰਦਾਨ ਕਰਦੇ ਹਨ। ਦੋਹਰਾ ਕਰੀ ਜੋ ਸਤਗੁਰ ਪ੍ਰਥਮ ਬਿਦ, ਸੋਈ ਪੁਨ ਬਿਦ ਕੀਨ, ਪੰਜ ਭੁਜੰਗੀ ਜੋ ਪਏ, ਗੁਰ ਉਨਤੇ ਪਾਹੁਲ ਲੀਨ। ਚੌਪਾਈ ਵਹੀ ਵਰਤਾਰੋ ਭੁਜੰਗਨ ਵਰਤਾਇਓ, ਆਪੇ ਗੁਰ ਚੇਲਾ ਕਹਿਵਾਇਓ, यही आद हुत आयो वरतारा, जिम नानक गुर अंगद धारा। सिख कौम कल ਨੂੰ ਕਦੇ ਵਿਪਰਨ ਦੇ ਪ੍ਰਭਾਵ ਹੇਠਾਂ ਜਾਂ ਨਿੱਜਵਾਦੀ ਰਾਜਤੰਤਰ ਦੇ ਆਗੂਆਂ ਦੀ ਨਿੱਜਮੁਖੀ ਸੋਚ ਦੇ ਪ੍ਰਭਾਵ ਹੇਠਾਂ ਗੁਰਮਤ ਦੀ ਲੀਹ ਤੋਂ ਹੇਠਾਂ ਨਾ ਉਤਰ ਜਾਵੇ। ਭਰਮ ਜਾਂ ਕੁਰਾਹੇ ਅਥਵਾ ਵਰਗਲਾ ਕੇ ਇਸ ਤੋਂ ਗੁਰਿਆਈ ਦੀ ਜੁਗਤ ਨੂੰ ਦੁਸ਼ਮਣ ਤਾਕਤਾਂ ਖੋਹਣ ਦਾ ਯਤਨ ਨਾ ਸ਼ੁਰੂ ਕਰ ਦੇਣ। ਇਹ ਤੋਖਲੇ ਹਮੇਸ਼ਾ ਕਾਇਮ ਹਨ। ਇਸ ਲਈ ਹੀ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਆਪਣੇ ਬਚਨਾਂ ਨੂੰ ਸਿੰਘਾਂ ਦੇ ਹਿਰਦੇ ਤੇ ਹਮੇਸ਼ਾ ਲਈ ਉੱਕਰ ਦੇਣ ਲਈ ਹੀ ਅਜਿਹੇ ਸਾਰੇ ਹੀ ਕੁਰਾਹੇ ਪਾਉਣ ਵਾਲੇ ਯਤਨਾਂ ਨੂੰ ਇੱਕੋ ਝਟਕੇ ਵਿੱਚ ਨਾਸ਼ ਕਰ ਦੇਣ ਹਿੱਤ ਹੀ ਖੁਦ ਖਾਲਸੇ ਤੋਂ ਅੰਮ੍ਰਿਤ ਪਾਨ ਕਰਦੇ ਹਨ, ਤਾਂ ਹੀ ਤਾਂ ਖਾਲਸੇ ਦੀ ਪੂਜਾ ਕਰਦੇ ਹਨ। ਪ੍ਰਭੂ ਵਿੱਚ, ਆਪਣੇ ਵਿੱਚ ਅਤੇ ਖਾਲਸੇ ਵਿੱਚ ਰੱਤੀ ਭਰ ਵੀ ਫਰਕ ਨਹੀਂ ਰਹਿਣ ਦਿੰਦੇ। जजन भजन मम खालसा, खालसा पूजब जोग, मेरो इष्टरो नेष्टा, खालसा पूजन ध्यान, दर्शन परसन खालसा, मुक्त रूप सत जान, आत्म रस जो जानही, से है खालसा देव, प्रभु मैं मोह मह तांस मह, रंचक नाहिन भेव। यह गुरु वालों ਖਾਲਸੇ ਨਿਮਿਤ ਕੀਤੀ ਉਹ ਵਸੀਅਤ ਹੈ ਜੋ ਹਰ ਇੱਕ ਸਿੱਖ ਆਪਣੀ ਸਿੰਘਣੀ ਮਾਂ ਦੀ ਕੁੱਖ ਚੋਂ ਆਪਣੇ ਹਿਰਦੇ ਤੇ ਉਕਰਵਾ ਕੇ ਲਿਆਉਂਦਾ ਹੈ, ਜਿਸ ਨਿਮਿਤ ਹੀ ਮਾਵਾਂ ਨੇ ਆਪਣੀਆਂ ਝੋਲੀਆਂ ਵਿੱਚ ਬੱਚਿਆਂ ਦੇ ਟੋਟੇ ਕਰਵਾ ਕੇ ਅੰਗਾਂ ਦੇ ਟੁਕੜੇ ਪਵਾਏ, ਗਲਾਂ ਵਿੱਚ ਹਾਰ ਪਵਾਏ ਅਤੇ ਦੁੱਧ ਚੁੰਘਦੇ ਬਾਲ ਨੇਜਿਆਂ ਤੇ ਟੰਗਾਏ। ਮਾਂ ਦੇ ਲਹੂ ਨਾਲ ਸਿੱਖ ਦੇ ਹਿਰਦੇ ਤੇ ਉਕਰੀ ਇਸ ਵਸੀਅਤ ਨੂੰ, ਬਾਲ ਬੁੱਧੀ ਨੂੰ ਦੁਨਿਆਵੀ ਹੋਸ਼ ਸੰਭਾਲਦੇ ਹੀ ਪੜ੍ਹਾਉਣੀ ਅਤੇ ਇਸ ਦੇ ਪ੍ਰਤੱਖ ਦਰਸ਼ਨ ਕਰਵਾਉਣੇ ਹੀ ਅੱਜ ਦੀ ਸ਼੍ਰੋਮਣੀ ਲੋੜ ਹੈ। ਮਾਂ ਦੀ ਕੁੱਖ ਵਿੱਚੋਂ ਮਿਲਦੀ ਇਸੇ ਵਸੀਅਤ ਦੀ ਹੀ ਪੁਸ਼ਟੀ ਭਾਈ ਚੌਪਾ ਸਿੰਘ ਜੀ ਕਰਦੇ ਹਨ। ਡੱਲਿਆ ਅੱਗੇ ਮੰਜੀ ਨਹੀਂ ਸੀ ਰੱਖਣੀ, ਦਸਾਂ ਜਾਮਿਆਂ ਦਾ ਬਚਨ ਸੀ, ਇਸੇ ਵਾਸਤੇ ਮਸੰਦ ਕੱਢ ਛੋਡੇ, ਪਿੱਛੇ ਸਾਡੇ ਮਤਾਂ ਆਪ ਗੁਰੂ ਬਣ ਬਹਿਣ। ਗੁਰਿਆਈ ਸਰਬੱਤ ਖਾਲਸੇ ਦੀ ਅਤੇ ਆਸਰਾ ਗੁਰੂ ਕੇ ਸ਼ਬਦ ਦਾ ਅਤੇ ਵਾਲੀ ਪੁਰਖ। ਬਚਨ ਹੋਆ ਖਾਲਸਾ ਉਹ ਜੋ ਖਾਲਸਾ ਹੈਵੇ ਸੰਸਾਰ ਦੀ ਕਾਣੂ, ਜਿਸਨੇ ਗੁਰੂ ਨੂੰ ਜਾਤਾ ਹੈ, ਗੁਰੂ ਗੁਰੂ ਜਾਤ ਹੋਏ ਨਿਬੜੇ। ਪੰਥ ਪ੍ਰਕਾਸ਼ ਵਿੱਚ ਇੱਥੋਂ ਤੱਕ ਲਿਖਿਆ ਹੈ ਕਿ ਪੰਥ ਨੂੰ ਗੁਰਤਾ ਬਖਸ਼ ਕੇ ਗ੍ਰੰਥ ਪੰਥ ਗੁਰੂ ਦੀ ਸਿਰਜਣਾ ਕਰ ਸਤਿਗੁਰ ਨੇ ਇਸ ਅੱਗੇ ਸਿਰ ਝੁਕਾਇਆ, ਇਸ ਦੀ ਪਰਿਕਰਮਾ ਕੀਤੀ। ਬੰਧਨ ਕੈ ਗੁਰੂ ਗ੍ਰੰਥ ਪੰਥ ਗੁਰ ਬੰਦਿਓ, ਪੁਨ ਆਰਤੀ ਉਤਾਰ प्रदर्शना लवाई के, मानो ग्रह मंडल अखंडल, ਧਰਵਜੂ के फिरत चुफेरे हल बधेरे छब छाई के। इस दी गवाही सूरज प्रकाश ग्रंथ दे कवि चूड़ामणि भाई संतोख सिंह जी भी भरदे हन। इम पांचन की महिमा कह के, तीन प्रकरमा फिर कर दीन, अरपै शस्त्र जिगा अर कलगी, निज करते सिर बंधन कीन, शस्त्र गात्रे तब पहराए, कट कसाए कर बिलम बहीन, श्री वाहिगुरु जी का खालसा, फतेह वाहिगुरु जी की चीन।
ਗਿਆਨੀ ਗਿਆਨ ਸਿੰਘ ਜੀ ਤਵਾਰੀਖ ਗੁਰ ਖਾਲਸਾ ਵਿੱਚ ਵੀ ਇਸੇ ਹੀ ਗੁਰ ਹੁਕਮ ਦਾ ਪ੍ਰਗਟਾ ਕਰਦੇ ਹਨ ਜੋ ਅਸੀਂ ਪਹਿਲਾਂ ਸਮਝ ਆਏ ਹਾਂ। ਸਿੱਖੀ ਵਿਰਸੇ ਵਿੱਚ ਅਜਿਹੇ ਬਥੇਰੇ ਵਾਕਿਆਤ ਹਨ ਜਿਨ੍ਹਾਂ ਤੋਂ ਪੰਥ ਵਿੱਚ ਗੁਰੂ ਦਾ ਵਾਸ ਹਕੀਕੀ ਤੌਰ ਤੇ ਹੈ। ਗੁਰ ਪਦਵੀ ਦਾ ਅਦਭੁਤ ਮੌਲਿਆ ਪ੍ਰਭਾਵ ਦਾ ਸਹਿਜੇ ਹੀ ਪ੍ਰਗਟਾ ਹੁੰਦਾ ਦਿਖਦਾ ਹੈ। ਜਿਵੇਂ ਸਤਿਗੁਰੂ ਨੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਆਪਣਾ ਰੂਪ 5 ਸਿੰਘ ਭੇਜੇ ਸਨ ਤੇ ਹੁਕਮ ਕੀਤਾ ਸੀ ਕਿ ਇਹਨਾਂ ਦੇ ਹੁਕਮ ਵਿੱਚ ਰਹਿਣਾ। ਪੰਥ ਪ੍ਰਕਾਸ਼ ਦਾ ਲਿਖਾਰੀ ਲਿਖਦਾ ਹੈ ਕਿ ਬੰਦੇ ਨੇ ਇਹਨਾਂ ਦੀ ਗੁਰਿਆਈ ਦੀ ਪਰਖ ਕੀਤੀ। ਬੰਦੇ ਦੇ ਪਰਖ ਤੋਂ ਬਾਅਦ ਨੇਤਰ ਖੁੱਲ ਗਏ ਤੇ ਫਿਰ ਸਿੰਘਨ ਸੋ ਅਤ ਪ੍ਰੇਮ ਵਢਾਇਓ। ਇਹ ਸਾਬਤ ਕਰਦੀ ਹੈ ਕਿ ਜੋਤ ਦੀ ਜੁਗਤ ਪੰਥ ਵਿੱਚ ਵਿਆਪਤ ਹੈ ਜੋ ਨਿਰਵਿਵਾਦ ਹੈ। ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ, ਇੱਕ ਦਿਨ ਬੰਦੇ ਬਚਨ ਗੁਰੂ ਕਾ ਪਰਖਨ ਹੇਤ ਬਖਾਨਾ, ਖੜ ਅਰਦਾਸ ਕਰੋ ਖਾਲਸਾ ਆਵੈ ਖਰਚ ਇਛਾਏ। ਜਬ ਅਰਦਾਸਾ ਸਿੰਘਨ ਕੀਨਾ ਦੋ ਇੱਕ ਪਹਿਰ ਬਿਤਾਏ, ਤਬ ਲੋ ਟਾਂਡਾ ਉਤਰਿਓ ਤਹ ਆ ਸਿੱਖ ਲੁਵਾਣਿਓ ਕੇਰਾ। ਹੁੱਤੋ ਰੁਪਇਆ 500 ਉਨ ਪੈ ਗੁਰ ਕੇ ਦਸਵੰਦ ਕੇਰਾ, ਅਰਪ ਦਿਓ ਉਨ ਬੰਦੇ ਤਾਈ ਗੁਰ ਜਾਨ ਕਹਿ ਸਾਚਾ। ਇੰਜ ਦੀ ਹੀ ਗੁਰਿਆਈ ਦੀ ਪਰਖ ਦੀ ਗਵਾਹੀ ਸ੍ਰੀ ਗੁਰ ਪੰਥ ਪ੍ਰਕਾਸ਼ ਵਿੱਚ ਵੀ ਭਾਈ ਰਤਨ ਸਿੰਘ ਭੰਗੂ ਆਪਣੇ ਸ਼ਬਦਾਂ ਵਿੱਚ ਬੰਦੇ ਦਾ ਨਿਸ਼ਚਾ ਸਬ ਹੈਡਿੰਗ ਹੇਠ ਖਾਲਸੇ ਨਿਮਿਤ ਲਿਖਦਾ ਹੈ, ਜੋ ਮੰਗੇ ਤਿਸ ਸਹੁੰ ਦਿਵਾਵੇ। ਇਹ ਗੁਰ ਖਾਲਸੇ ਦੀ ਅਰਦਾਸ ਨਾਲ ਹੀ ਪ੍ਰਾਪਤੀਆਂ ਸੰਭਵ ਹੈ। ਅਰਦਾਸ ਦੀ ਪ੍ਰਾਪਤੀ ਤੋਂ ਬਾਅਦ ਬੰਦੇ ਨੇ ਵੀ ਅਨੁਭਵ ਕੀਤਾ ਕਿ ਗੁਰਜੋਤ ਦੀ ਜੁਗਤ ਪੰਥ ਵਿੱਚ ਖਾਲਸੇ ਵਿੱਚ ਵਿਆਪਤ ਹੈ। ਖਾਲਸੇ ਨੇ ਹੀ ਹੁਕਮ ਦਾ ਵਰਤਾਰਾ ਕਰ ਪੰਥ ਦੀ ਸੰਭਾਲ ਕਰਨੀ ਹੈ, ਵਿਅਕਤੀ ਵਿਸ਼ੇਸ਼ ਨੇ ਜਾਂ ਕਿਸੇ ਹੋਰ ਜਥੇਬੰਦੀ ਨੇ ਨਹੀਂ। ਇਸ ਦਾ ਜਥੇਬੰਦਕ ਰੂਪ ਨਿਰਵਿਵਾਦ ਪੰਥ ਖਾਲਸਾ ਹੈ ਤੇ ਇਹ ਜ਼ਿੰਮੇਵਾਰੀ ਕਦਾਚਿਤ ਗੁਰੂ ਗ੍ਰੰਥ ਸਾਹਿਬ ਨੂੰ ਮੂਰਤੀ ਬਣਾ ਨਿਰਜੀਵਤਾ ਵਿੱਚ ਅਤੇ ਬੁੱਤ ਪ੍ਰਸਤੀ ਵਾਂਗ ਮੱਥੇ ਰਗੜ ਨਹੀਂ ਹੋਣੀ ਹੈ। ਇਹ ਸਮੂਹਕ ਜ਼ਿੰਮੇਵਾਰੀ ਤਾਂ ਗੁਰੂ ਨੇ ਪੰਥ ਦੇ ਮੋਢਿਆਂ ਤੇ ਪਾਈ ਹੈ। ਸ਼ਹੀਦ ਭਾਈ ਰਤਨ ਸਿੰਘ ਭੰਗੂ ਵੀ ਇਸ ਦੀ ਹੀ ਗਵਾਹੀ ਭਰਦੇ ਹਨ ਤੇ ਲਿਖਦੇ ਹਨ ਕਿ ਦੋਹਰਾ ਤੋ ਮਾਲੀ ਨੇ ਹਮ ਕਹਿਓ ਇਤਨੀ ਬਾਤ ਬਤਾ, ਸਿੰਘਨ ਪਾਇਓ ਰਾਜ ਕਿਮ ਉਹ ਦੀਨੋ ਕਿਨ ਪਾਤਸ਼ਾਹ। ਚੌਪਈ ਤਿਸੈ ਬਾਤ ਮੈਂ ਐਸੇ ਕਹੀ, ਸਿੰਘਨ ਪਤਸ਼ਾਹੀ ਸਾਹੇ ਸੱਚੇ ਦਈ। ਮਰੀ ਕਹਿਓ ਸ਼ਾਹ ਸੱਚੇ ਕੇ, ਅਸਾਂ ਕਹਿਓ ਸ਼ਾਹ ਨਾਨਕ ਜੋਈ। ਸ਼ਹੀਦ ਭਾਈ ਰਤਨ ਸਿੰਘ ਭੰਗੂ ਤਾਈਓ ਤਾਂ ਸਪਸ਼ਟ ਲਿਖਦੇ ਹਨ, ਖਾਲਸੋ ਹੋਵੇ ਖੁਦ ਖੁਦਾ ਜਿਮ ਖੂਬੀ ਖੂਬ ਖੁਦਾਈ। ਖਾਲਸੇ ਦੀ ਤਖਤ ਪਾਤਸ਼ਾਹੀ ਦਾ ਇਹੋ ਸਵਪ੍ਰਭੂਤਾ ਦਾ ਬੀਜ ਸਿਧਾਂਤ ਹੈ ਜਿਸ ਨੂੰ ਮੈਂ ਅਕਾਲ ਸੁੱਤ ਹੋਣ ਦਾ ਏਕਾਧਿਕਾਰ ਮੰਨਦਾ ਹਾਂ, ਜੋ ਮਨੁੱਖਤਾ ਵਿੱਚੋਂ ਸਿਰਫ ਖਾਲਸੇ ਨੂੰ ਹੀ ਮਿਲਿਆ ਹੈ। ਖਾਲਸੇ ਦੇ ਰਾਜ ਦਾ ਸਟੇਟ ਰੂਪੀ ਵਰਤਾਰਾ ਇਸੇ ਮੌਲਿਕਤਾ ਵਿੱਚ ਪੁੰਗਰਦਾ ਹੈ, ਜਿਵੇਂ ਕਿਰਨਾਂ ਸੂਰਜ ਵਿੱਚੋਂ ਸੁੱਤੇ ਸਿੱਧ ਉਸ ਦੀ ਸ਼ਕਤੀ ਫੈਲਾਉਣ ਦੀ ਮੌਲਿਕ ਸੰਰਚਨਾ ਦਾ ਸੁਭਾਵਕ ਪ੍ਰਗਟਾ ਹੁੰਦਾ ਹੈ। ਇਸੇ ਲਈ ਖਾਲਸੋ ਹੋਵੇ ਖੁਦ ਖੁਦਾ ਜਿਮ ਖੂਬੀ ਖੂਬ ਖੁਦਾਈ, ਆਨ ਨਾ ਮਾਨੈ ਆਨ ਕੀ ਇੱਕ ਸੱਚੇ ਬਿਨ ਪਾਤਸ਼ਾਹ। ਪੀਓ ਪਾਹੁਲ ਗੁਰ ਬਚਨ ਨਿਵਾਰੀ, ਭਇਓ ਖਾਲਸੋ ਵਡਕਲ ਧਾਰੀ। ਚੌਪਾਈ ਯੋ ਸਤਿਗੁਰ ਕੰਮ ਸਭ ਖਾਲਸੇ ਦਿਓ, ਮੁਖਤਿਆਰ ਖਾਲਸਾ ਸਭ ਥਾਂ ਕੀਓ। ਇਹੋ ਸਵਾਧੀਨਤਾ ਦਾ ਸਿੱਖ ਸਿਧਾਂਤ ਹੈ। ਇੰਜ ਇਹ ਨਿਰਵਿਵਾਦ ਰੂਪ ਵਿੱਚ ਸੱਚ ਸਾਬਤ ਹੁੰਦਾ ਹੈ ਕਿ ਗੁਰ ਹੁਕਮ ਅਨੁਸਾਰ ਗੁਰਤਾ ਦੀ ਸਰੀਰ ਰੂਪੀ ਹੁਕਮ ਲਾਗੂ ਕਰਵਾਉਣ ਅਤੇ ਹੁਕਮ ਤੇ ਪਹਿਰਾ ਦੇਣ ਦੀ ਜ਼ਿੰਮੇਵਾਰੀ ਪੰਥ ਦੇ ਮੋਢਿਆਂ ਤੇ ਹੀ ਹੈ। ਅਕਾਲ ਦੇ ਹੁਕਮ ਅਤੇ ਦਸਾਂ ਜਾਮਿਆਂ ਦੀ ਜੋਤ ਦੇ ਵਰਤਾਰੇ ਦਾ ਆਦ ਹੁਕਮ ਇਹੋ ਹੈ ਕਿ ਪੰਥ ਵਿੱਚ ਹੀ ਗੁਰਤਾ ਦੀ ਸਰੀਰ ਰੂਪ ਵਿੱਚ ਅਮਲ ਵਜੋਂ ਜੁਗਤ ਵਰਤਾਉਣ ਦੀ ਅਧਿਕਾਰਤ ਜ਼ਿੰਮੇਵਾਰੀ ਅਤੇ ਕਰਤੱਵ ਵਿਦਮਾਨ ਹੈ। ਇਸ ਤੋਂ ਵੱਧ ਅਤੇ ਸਪਸ਼ਟ ਪ੍ਰਮਾਣ ਹੋਰ ਕੀ ਹੋ ਸਕਦੇ ਹਨ। ਜੋਤ ਸ਼ਬਦ ਗੁਰੂ ਦੇ ਹੁਕਮ ਆਦੇਸ਼ ਲਾਗੂ ਕਰਵਾਉਣ ਵਾਲੀ ਸਰੀਰਕ ਸੱਤਾ ਦੀ ਇਸ ਪੰਥਕ ਗੁਰਤਾ ਦਾ ਵਰਤਾਰਾ ਕਰਨ ਦੀ ਜ਼ਿੰਮੇਵਾਰੀ ਨਿਭਾਉਣ ਦੇ ਵੇਲੇ ਦਾ ਇੰਤਜ਼ਾਰ ਮਾਤਰ ਹੀ ਤਾਂ ਵਕਤ ਕਰ ਰਿਹਾ ਹੈ। ਆਪਣੀ ਗੁਰਤਾ ਪ੍ਰਤੀ ਇਸ ਅਵੇਸਲੇਪਣ ਦਾ ਨਿਰੂਪਣ ਗੁਰੂ ਗ੍ਰੰਥ ਸਾਹਿਬ ਵਿੱਚ ਸਤਿਗੁਰੂ ਇੰਜ ਕਰਦੇ ਹਨ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ, ਅਛਤ ਰਾਜ ਵਿਛਰਤ ਦੁਖ ਪਾਇਆ, ਸੋਗਤ ਭਈ ਹਮਾਰੀ। ਗੁਰਮਤ ਸਿਧਾਂਤ ਬੜਾ ਹੀ ਸਪਸ਼ਟ ਹੈ। ਪਹਿਲੋਂ ਦੇ ਜੜ ਅੰਦਰ ਜੰਮੇ ਤਾਂ ਉੱਪਰ ਹੋਵੇ ਛਾਉ ਦੀ ਬੀਜਕ ਪ੍ਰਣਾਲੀ ਦੀ ਹੀ ਇਹ ਵਿਸਥਾਰਤ ਅਵਸਥਾ ਹੈ ਕਿ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵ ਦੇ। ਤਾਂ ਹੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਟਲ ਸੱਚ ਸਿਧਾਂਤ ਇੰਜ ਪ੍ਰਗਟ ਕੀਤਾ ਗਿਆ ਹੈ, ਹੇ ਸਮਰੱਥ ਪੁਰਖ, ਹੇ ਗੁਰੂ ਤੂੰ ਅਟਲ ਰਾਜ ਵਾਲਾ ਹੈ ਤੇ ਨਾ ਟੁੱਟਣ ਵਾਲੇ ਦਲ ਵਾਲਾ ਹੈ।
ਤੂੰ ਰਾਜ ਕਰਕੇ ਅਟਲ ਹੈ ਤੇ ਦਲ ਕਰਕੇ ਅਪੱਗ ਹੈ। ਸਿਰ ਆਤਪਤ ਸੱਚੈ ਤਖਤ, ਜੋਗ ਭੋਗ ਸੰਜਤ ਬਤ। ਗੁਰ ਰਾਮਦਾਸ ਸੱਚ ਮਲ ਭਣ, ਤੂੰ ਅਟਲ ਰਾਜ ਅਪੱਗ ਦਲ। ਜਦ ਦੇਹਧਾਰੀ ਗੁਰੂ ਦੀ ਪ੍ਰਣਾਲੀ ਦਾ ਸਤਿਗੁਰੂ ਨੇ ਅੰਤ ਕੀਤਾ ਤੇ ਪੰਥ ਖਾਲਸੇ ਨੂੰ ਗੁਰਤਾ ਬਖਸ਼ੀ ਤਾਂ ਸੁਭਾਵਕ ਹੀ ਇਹੋ ਅੰਤਰ ਚਿੱਤ ਵਿਚਲਾ ਅਕਾਲ ਨਿਸ਼ਚਾ ਜੋਤ ਦੇ ਨਾਲ ਹੀ ਪੰਥ ਵਿੱਚ ਪ੍ਰਵੇਸ਼ ਕਰ ਗਿਆ, ਜਿਸ ਨੂੰ ਨਖੇੜਿਆ ਨਹੀਂ ਜਾ ਸਕਦਾ। ਨਖੇੜਨ ਦਾ ਅਰਥ ਹੈ ਗੁਰੂ ਨੂੰ ਭੰਨਣਾ। ਚੌਪਾਈ। ਪਰ ਭਲੀ ਭਈ ਸਿਰ ਤੁਰਕੇ ਲਾਏ, ਬਚਨ ਪੂਰਨ ਹਮ ਬਡਿਆਨ ਪਾਏ। ਅਬ ਹਮ ਖਾਲਸੇ ਦਿਓ ਗੁਰਾਹੀ, ਦਇਓ ਟਿਕੋ ਖਾਲਸੇ ਲਾਈ। ਸਦ ਖਾਲਸੈ ਸਤਿਗੁਰ ਸਿੰਘਨ ਦਈ ਪਾਤਸ਼ਾਹੀ, ਅਬ ਤੁਮ ਯੋ ਬਤੀਆਂ ਨਿਜ ਕਰੀਐ। ਸ਼੍ਰੀ ਖਾਲਸ ਕੀ ਸਰਨੀ ਧਰੀਐ। ਇਹ ਹੈ ਗੁਰੂ ਖਾਲਸਾ ਆਦਿ, ਹੋਵਤ ਆਇਓ ਆਦ ਜੁਗਾਦੀ। ਇਹ ਗੁਰੂ ਦੀ ਪਦਵੀ ਦਾ ਧਾਰਨੀ ਖਾਲਸਾ ਇਸੇ ਲਈ ਹੀ ਪ੍ਰਭੂ ਰਾਜ ਦਾ ਉੱਤਰਾਧਿਕਾਰੀ ਹੈ ਕਿ ਸਰਬ ਪੱਖੀ ਮਨੁੱਖਤਾ ਦੀ ਭਲਾਈ ਲਈ ਇਹ ਲੋੜੀਂਦੇ ਬੰਦੋਬਸਤ ਆਪ ਕਰ ਸਕੇ। ਆਪ ਕਰ ਸਕੇ ਦਾ ਹੀ ਨਿਰੂਪਣ ਅਤੇ ਨਿਰੀਖਣ ਪਰੀਖਣ ਅਤੇ ਇਸ ਦੀ ਅਮਲੀ ਬਹਾਲੀ ਦੀ ਹੀ ਜ਼ਿੰਮੇਵਾਰੀ ਨਿਭਾਉਂਦਾ ਹੈ ਪੰਥ। ਇਹ ਸਿੱਖ ਧਰਮ ਵਿੱਚ ਸਰਬ ਪੱਖੀ ਏਕਾਧਿਕਾਰੀ ਹੈ। ਇਹੋ ਨਿਰਣਾਇਕ ਹੈ। ਇਸੇ ਨੇ ਹੀ ਆਪਣੇ ਨਿਰਣਿਆਂ ਨੂੰ ਲਾਗੂ ਕਰਾਉਣ ਦੀ ਵਿਉਂਤ ਗੁੰਦਣੀ ਹੈ। ਗੁਰੂ ਦੇ ਸ਼ਬਦ ਸਰੂਪ ਦਾ ਰੂਪ ਅੰਤਮ ਹੈ। ਇਸ ਵਿੱਚ ਕੋਈ ਵੀ ਕਿੰਤੂ ਪਰੰਤੂ ਅਸੀਂ ਹੈ। ਨਾ ਹੀ ਇਸ ਸ਼ਬਦ ਸਰੂਪ ਵਿੱਚ ਤਬਦੀਲੀ ਦਾ ਹੱਕ ਪੰਥ ਖਾਲਸਾ ਰੱਖਦਾ ਹੈ। ਪੰਥ ਗੁਰੂ ਨੇ ਤਾਂ ਇਸ ਜ਼ਿੰਮੇਵਾਰੀ ਨੂੰ ਨਿਭਾਉਣਾ ਹੈ। ਗੁਰੂ ਸਮਰੱਥ ਗਹਿ ਕਰੀਆ, ਧਰਵ ਬੁੱਧ ਸੁਮਤ ਸਮਾਰਨ ਕੀਓ। ਫੁਨ ਧਰਮ ਤੁਜਾ ਫਹਿਰੰਤ, ਸਦਾ ਅਗ ਪੁੰਜ ਤਰੰਗ ਨਿਵਾਰਨ ਕਉ। ਆਦ ਸੱਚ ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਭੀ ਸੱਚ ਦੇ ਮਹਾਵਾਕ ਅਨੁਸਾਰ ਪੰਥ ਨੂੰ ਗੁਰਿਆਈ ਦੀ ਬਖਸ਼ਿਸ਼ ਸਤਿਗੁਰ ਨੇ ਆਪ ਦਿੱਤੀ ਹੈ। ਠੀਕ ਉਵੇਂ ਹੀ ਜਿਵੇਂ ਥਾਪਿਆ ਲੈਣਾ ਜੀਵ ਦੇ, ਗੁਰਿਆਈ ਸਿਰ ਛਤਰ ਫਿਰਾਇਆ। ਲੈਣੇ ਨੂੰ ਗੁਰੂ ਥਾਪ ਕੇ ਗੁਰੂ ਨਾਨਕ ਸਿਰਫ ਨਾਨਕ ਬਣ ਗੁਰੂ ਅੰਗਦ ਦਾ ਸਿਰਫ ਇੱਕ ਸਿੱਖ ਨਾਨਕ ਵਜੋਂ ਕਰਤਾਰਪੁਰ ਵਿਖੇ ਕਿਰਤ ਦੀ ਸਿਖਰ ਦੱਸਣ ਹਿਤ ਕਿਰਸਾਨੀ ਕਰਦੇ ਰਹੇ ਹਨ। ਗੁਰੂ ਅੰਗਦ ਸਾਹਿਬ ਨੂੰ ਖਡੂਰ ਸਾਹਿਬ ਭੇਜ ਦਿੱਤਾ। ਜੋ ਸੰਗਤ ਆਉਂਦੀ ਉਸ ਨੂੰ ਗੁਰੂ ਦੇ ਦਰਸ਼ਨਾਂ ਲਈ ਖਡੂਰ ਸਾਹਿਬ ਹੀ ਭੇਜਦੇ। ਸਾਨੂੰ ਇਹ ਸੱਚ ਯਾਦ ਰੱਖਣਾ ਚਾਹੀਦਾ ਹੈ ਕਿ ਗੁਰੂ ਨਾਨਕ ਸਾਹਿਬ ਨੂੰ ਹੱਥੀਂ ਕਿਰਤ ਕਰਨ ਦੀ ਕੋਈ ਖਾਸ ਲੋੜ ਨਹੀਂ ਸੀ, ਕਿਉਂਕਿ ਰਾਏ ਭੋਏ ਨੇ ਤਲਵੰਡੀ ਸਾਬੋ ਦੀ ਹਜ਼ਾਰਾਂ ਮੁਰੱਬੇ ਜ਼ਮੀਨ ਦੀ ਮਲਕੀਅਤ ਗੁਰੂ ਨਾਨਕ ਜੀ ਦੇ ਨਾਮ ਲਿਖ ਦਿੱਤੀ ਸੀ। ਜੇ ਗੁਰੂ ਉੱਥੇ ਰਹਿੰਦੇ ਤਾਂ ਉਹ ਜ਼ਿਮੀਂਦਾਰ ਤਾਂ ਤਕੜੇ ਹੁੰਦੇ, ਪਰ ਸਿੱਖੀ ਵਿਚਲੀ ਕਿਰਤ ਕਮਾਈ ਦੀ ਪਰਿਭਾਸ਼ਾ ਘਾਲ ਖਾਏ ਕਿਛ ਹੱਥੋਂ ਦੇ ਅਤੇ ਗੁਰੂ ਸਿੱਖ ਸਿੱਖ ਗੁਰੂ ਹੈ ਏਕੋ ਗੁਰ ਉਪਦੇਸ਼ ਚਲਾਏ ਦੀ ਜੀਵਨ ਜੀਣ ਦੀ ਹਕੀਕੀ ਵਿਆਖਿਆ ਦਾ ਜਗਤ ਵਿੱਚ ਪਸਾਰ ਨਾ ਹੁੰਦਾ। ਠੀਕ ਇੰਜ ਹੀ ਖਾਲਸੇ ਦੀ ਰਾਜ ਸੱਤਾ ਦੀ ਸੁਤੰਤਰ ਬਹਾਲੀ ਲਈ ਦਸਮ ਪਾਤਸ਼ਾਹ ਸਮਰੱਥ ਸਨ, ਪਰ ਉਹਨਾਂ ਇਹ ਕਾਰਜ ਸਿੱਧ ਕਰਨ ਹਿਤ ਪੰਥ ਨੂੰ ਗੁਰਤਾ ਬਖਸ਼ੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪੀ ਦੇ ਕੇ ਤੋਰਿਆ ਅਤੇ ਅਧੀਨ ਕੀਤਾ ਪੰਥ ਦੇ ਪੰਜ ਪਿਆਰਿਆਂ ਦੇ। ਗੁਰੂ ਨੇ ਆਪ ਵੀ 1699 ਦੀ ਵਿਸਾਖੀ ਤੋਂ ਬਾਅਦ ਜਦ ਗੁਰਿਆਈ ਪੰਜ ਪਿਆਰਿਆਂ ਨੂੰ ਪੰਥ ਨੂੰ ਸੌਂਪ ਦਿੱਤੀ ਤਾਂ ਗੁਰਜੀਵਨ ਬਾਰ-ਬਾਰ ਗਵਾਹੀ ਭਰਦਾ ਹੈ ਕਿ ਉਹਨਾਂ ਪੰਥ ਗੁਰੂ ਦਾ ਹੀ ਹੁਕਮ ਮੰਨਿਆ ਅਤੇ ਗੁਰੂ ਦੀ ਜੁਗਤ ਦਾ ਪਸਾਰਾ ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਜਿਉਂਦਿਆਂ ਵੀ ਖਾਲਸਾ ਪੰਥ ਵਿੱਚ ਹੀ ਗੁਰੂ ਸਾਹਿਬ ਨੇ ਆਪਣਾ ਆਪ ਵਿਆਪਤ ਕਰ ਦਿੱਤਾ। ਇਸ ਦੀ ਪ੍ਰੋੜਤਾ ਬਾਰ-ਬਾਰ ਗੁਰੂ ਹੁਕਮ ਅਤੇ ਗੁਰੂ ਦਾ ਜੀਵਨ ਵਰਤਾਰਾ ਜਿੱਥੇ ਕਰਦਾ ਹੈ ਉੱਥੇ ਹੀ ਸਮਕਾਲੀ ਅਤੇ ਬਾਅਦ ਦੀਆਂ ਇਤਿਹਾਸਕ ਲਿਖਤਾਂ ਇਸ ਨੂੰ ਲਿਖਤਬੱਧ ਵੀ ਕਰਦੀਆਂ ਹਨ। ਇਸ ਤੱਥ ਦਾ ਅਤੇ ਇਹਨਾਂ ਗੱਲਾਂ ਦਾ ਵਿਸਥਾਰਤ ਨਿਰੀਖਣ ਅਸੀਂ ਉੱਪਰ ਕਰ ਆਏ ਹਾਂ। ਸਿੱਖਾਂ ਦੀ ਨਾਸਮਝੀ ਦਾ ਵਰਣਨ ਭਾਈ ਸੁੱਖਾ ਸਿੰਘ ਜੀ ਬੜੇ ਹੀ ਸੁੰਦਰ ਤੇ ਭਾਵਪੂਰਨ ਅਰਥਾਂ ਨਾਲ ਲਿਖਦੇ ਹਨ ਕਿ ਜਿਹੜੀ ਉੱਚੀ ਤੇ ਸੁੱਚੀ ਗੁਰੂ ਦੀ ਪਦਵੀ ਖਾਲਸੇ ਨੂੰ ਗੁਰੂ ਨੇ ਦਿੱਤੀ, ਉਸ ਨੂੰ ਸਿੱਖ ਦੁਨਿਆਵੀ ਕੁਰਾਹੇ ਦੇ ਅਧੀਨ ਸਮਝ ਨਹੀਂ ਸਕੇ। ਆਦ ਸਰੂਪ ਖਾਲਸੇ ਵਾਸੀ, ਅਚਿਤ ਕਹਿਓ ਆਪ ਅਬਿਨਾਸੀ। ਰਾਜ ਜੋਗ ਤੁਮ ਕਹਿ ਮੈਂ ਦੀਨਾ, ਪਰਮ ਜੋਤ ਸੰਗ ਪਰਚੋ ਕੀਨਾ। ਸੰਤ ਸਮੂਹਨ ਕੋ ਸੁਖ ਦੀਜੈ, ਅਚਲ ਰਾਜ ਧਰਨੀ ਮਹਿ ਕੀਜੈ। ਖਾਲਸ ਕੀ ਚਰਨੀ ਸਭ ਲਾਗੋ, ਪਰਮ ਜੋਤ ਕੇ ਰਸ ਮਹਿ ਪਾਗੋ। ਖੜਗ ਗੋਦ ਤੁਮ ਕਹਿ ਮੈਂ ਪਾਇਓ, ਭਿੰਨ ਭਿੰਨ ਕਰ ਪੰਥ ਬਤਾਇਓ। ਜੋ ਪਦਵੀ ਖਾਲਸ ਗੁਰ ਦੀਨੀ, ਸੁਰ ਨਰ ਆਜ ਲਗੇ ਨਹੀਂ ਚੀਨੀ। ਆਪਣੇ ਹੀ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੋਇਆ ਸਾਹਿਬਾਂ ਦੇ ਅੰਤਮ ਸਮੇਂ ਦੇ ਬਚਨ ਸ਼੍ਰੀ ਮੁੱਖ ਵਾਕ ਤੋਂ ਹੀ ਭਾਈ ਸੁੱਖਾ ਸਿੰਘ ਦਰਜ ਕਰਦੇ ਹੋਏ ਸੰਵਾਦ ਲਿਖਦੇ ਹਨ।
ਇਹ ਬਿਦ ਹੋਏ ਤਿਆਰ ਜਬ ਠਾੜ ਭਏ ਮਹਾਰਾਜ, ਹਾਥ ਜੋਰ ਤਬ ਖਾਲਸੇ ਕਹਿਓ ਗਰੀਬ ਨਵਾਜ। ਲੋ ਪਾਤਸ਼ਾਹੀ ਆਦ ਲਗ ਭਏ ਸਿਰੀ ਗੁਰ ਜੋਏ, ਅੰਤ ਸਮੇਂ ਸਭ ਸੰਗਤਨ ਲਰ ਕਿਰਾਵਤ सोए। हुक्म हुआ बतिया सुन भाई, आग रखियो गंड मद पाई। श्री अस्तुज काल रूप करायो, अकाल पुरख को चरनी लायो। तांका निरख जपो मन माही, अद सूख है तुम्हें महाही। 10 महलन की पढ़िया बानी, अचित सुख पावो निर्बानी। हम कह लखो न इनते दूरी, हम तुमरे सद संग हजूरी। चौंकी शब्द पुरब गुर करिए, रहत खालसे की उरतरिए। 500 मेल पंच को त्यागी, गुर मूरत हूजो अनुरागी। श्री गुरु ग्रंथ साहिब जी के अनुसार नानक राज चलाया, सच कोट सताणी नीव दे। लहणे धरियोन छत सिर, कर सिफती अमृत पीवदे। मत गुर आत्म देव दी, खड़ग जोर पराए के जी दे। गुर चेले रहरास की, नानक सलामत थीवदे। सह टिका दितोस जीवदे। दे महावाक दा ही जगत पसारे दा साक्षात रूप है पंथ खालसा। इस लई पंथ गुरु दी राज सत्ता दे हुक्म दे पसारे दा यह आद सिद्धांत व्यवस्था का रूप ग्रहण कर तद ही लागू हुंदा है जद खालसा अपनी गुरता की जिम्मेवारी नूं निभाउंदे होए पहला स्पष्ट रूप विच हकीकी गुरता नूं धारण करे। इस तो बिना खालसा खालसा खास कहावै सोई दी पौड़ी ते चढ़ ही नहीं सकता अते ना ही खालसा मेरो रूप है खास, खालसे में हों करो निवास। खालसा मेरो इष्ट सुहृद, खालसा मेरो कहियत बिरद। खालसा मेरो मित्र सखाई, खालसा मात पिता सुखदाई। खालसा मेरो पिंड प्राण, खालसा मेरी जान की जान। खालसा मेरो सतगुर पूरा, खालसा मेरो सज्जन सूरा। गुरु साहिबां दे वल्लों दित्ती इस पदवी का धारी हो सकता है। गुर आशे अते धुर की बाणी नूं खालसे वल्लों ही आद सच का जामा पवाया जा सकता है। इहो ही एक अहम अते श्रोमणी जिम्मेवारी पाई है सतगुरां ने पंथ दे मोढियां उपर अपनी जुगत का पसारा खालसे राही करके। सवाल बड़ा ही गंभीर अते अहम बन चुका है कि ਕੀ ਅਸੀਂ ਆਪਣੇ ਗੁਰੂ ਦੇ ਆਸ਼ਿਆਂ ਨਿਸ਼ਾਨਿਆਂ ਤੇ ਤੁਰਾਂਗੇ, ਉਹਨਾਂ ਨੂੰ ਧਾਰਨ ਕਰਾਂਗੇ। ਇਸੇ ਲਈ ਹੀ ਗੁਰੂ ਸਾਹਿਬ ਨੂੰ ਬਚਪਨ ਤੋਂ ਖਿਡਾਉਂਦੇ ਆ ਰਹੇ ਗੁਰੂ ਸਾਹਿਬ ਦੇ ਅਤ ਨਜ਼ਦੀਕੀ ਭਾਈ ਚੌਪਾ ਸਿੰਘ ਨੇ ਸਪਸ਼ਟ ਗੁਰੂ ਫਰਮਾਨ ਆਪਣੇ ਤਨਖਾਹਨਾਮੇ ਵਿੱਚ ਦਰਜ ਕਰ ਦਿੱਤਾ ਕਿ ਗੁਰੂ ਕਾ ਸਿੱਖ ਜੜ ਅਚੇਤ ਨਾ ਹੋਵੇ। ਹੁਣ ਅੰਤਰ ਆਤਮਾ ਦੀ ਪੜਚੋਲ ਦੀ ਲੋੜ ਹੈ ਕਿ ਅਸੀਂ ਇੰਜ ਜੜ ਅਚੇਤ ਹੋ ਦਹਾਕਿਆਂ ਤੋਂ ਤਨਖਾਹੀਏ ਤਾਂ ਨਹੀਂ ਬਣੇ ਆ ਰਹੇ। ਭੁੱਲ ਬਖਸ਼ਾਉਣ ਦਾ ਸਮਾਂ ਆ ਗਿਆ ਹੈ। ਖਾਲਸਾ ਜੀ ਹੁਣ ਗੁਰਿਆਈ ਸੰਭਾਲਣ ਦਾ ਸਮਾਂ ਆ ਗਿਆ ਹੈ। ਗੁਰੂ ਕਾ ਸਿੱਖ ਜੜ ਅਚੇਤ ਨਾ ਹੋਵੇ ਕਰਕੇ ਹੀ ਖਾਲਸਾ ਪੰਥ ਦੀ ਸੱਭਿਅਤਾ ਵਿੱਚੋਂ ਪ੍ਰੋਹਤਚਾਰੀ ਅਤੇ ਪੁਜਾਰੀ ਪ੍ਰਣਾਲੀ ਦਾ ਮਸੰਦਾਂ ਨੂੰ ਸੋਧਾ ਲਾ ਕੇ ਦਸਮ ਪਿਤਾ ਨੇ ਹਮੇਸ਼ਾ ਲਈ ਅੰਤ ਕਰ ਦਿੱਤਾ ਸੀ। ਸਿੱਖ ਅਤੇ ਅਕਾਲ ਦੇ ਵਿਚਕਾਰ ਕੋਈ ਵਿਚੋਲਾ ਨਹੀਂ ਹੈ। ਅਜਿਹੇ ਹੀ ਵਿਚੋਲੇ ਅਸੀਂ ਵਿਪਰਨ ਦੀ ਰੀਤ ਵਿੱਚ ਪੈ ਕੇ ਵਿਪਰੀਤ ਬੁੱਧੀ ਵਿਨਾਸ਼ ਕਾਲੇ ਦੀ ਜਹਿਨੀਅਤ ਦਾ ਸ਼ਿਕਾਰ ਹੋ ਕੇ ਪੁਜਾਰੀਅਤ ਵਾਲੇ ਪਾਸੇ ਮੁੜ ਪੈ ਚੁੱਕੇ ਹਾਂ। ਇਹ ਸਿੱਖ ਰਾਜ ਸੱਤਾ ਘਰਾਣਿਆਂ ਵਿੱਚ ਬ੍ਰਾਹਮਣ ਦੀ ਘੁਸਪੈਠ ਅਤੇ ਪਹੁੰਚ ਤੇ ਇਸ ਨੂੰ ਮਾਨਤਾ ਦੇਣ ਦਾ ਹੀ ਨਤੀਜਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੇ ਸਮੇਂ ਤੋਂ ਪਹਿਲਾਂ ਪੰਥ ਵਿੱਚ ਸੰਤ ਸਾਧ ਸਾਨੂੰ ਨਹੀਂ ਮਿਲਦੇ ਅਤੇ ਨਾ ਹੀ ਇਹਨਾਂ ਦੀ ਹੋਂਦ ਨੂੰ ਪੰਥ ਨੇ ਅਪਣਾਇਆ। ਖਾਲਸਾ ਗੁਰ ਹੁਕਮਾਂ ਤੇ ਚੱਲਦਾ ਰਿਹਾ ਤੇ ਆਪਣੇ ਜੀਵਨ ਵਿੱਚ ਰਹਿਤ ਪੰਥ ਅਤੇ ਹੁਕਮ ਨੂੰ ਧਾਰਨ ਕਰਦਾ ਰਿਹਾ। ਇੰਜ ਲਗਾਤਾਰ ਚੜ੍ਹਦੀਆਂ ਕਲਾਂ ਦਾ ਸੁਨਹਿਰੀ ਇਤਿਹਾਸ ਸਿਰਜਦਾ ਗਿਆ। ਖਾਲਸੇ ਨੇ ਆਪਣੇ ਅੰਤਰ ਚਿੱਤ ਅਤੇ ਦਿਲੋਂ ਦਿਮਾਗ ਵਿੱਚੋਂ ਇਸ ਤੱਥ ਅਤੇ ਹੁਕਮ ਨੂੰ ਕਦੇ ਵੀ ਵਿਸਰਨ ਨਹੀਂ ਦਿੱਤਾ ਕਿ ਗੁਰੂ ਕਾ ਸਿੱਖ ਆਪ ਕੋ ਭਾਈ ਮਹੰਤ ਨਾ ਅਖਾਏ, ਕਪਟੀ ਨਾ ਹੋਵੇ। ਇਸ ਮਾਨ ਵਡਿਆਈ ਨੇ ਮਸੰਦਾਂ ਦਾ ਨਾਸ ਕੀਤਾ ਹੈ। ਸਿੱਖਾਂ ਨੂੰ ਇਤਨੇ ਸਪਸ਼ਟ ਵਰਤਾਰੇ ਅਤੇ ਲਿਖਤਾਂ ਤੋਂ ਬਾਅਦ ਸੋਚਣਾ ਚਾਹੀਦਾ ਹੈ ਕਿ ਫਿਰ ਅਜਿਹੀ ਹੀ ਕਰਨੀ ਅਤੇ ਚੱਲਣੀ ਉਹਨਾਂ ਕਿਉਂ ਅਪਣਾ ਲਈ ਤੇ ਫਿਰ ਅਜਿਹੀ ਸੰਤ ਸਾਧ ਡੇਰੇਦਾਰ ਮਹੰਤ ਸਰੂਪ ਨਾਲ ਉਹਨਾਂ ਦਾ ਨਾਸ ਕਿਉਂ ਨਾ ਹੋਵੇ। ਦਰਅਸਲ ਬ੍ਰਾਹਮਣ ਪੁਜਾਰੀ ਮਹੰਤ ਸੰਤ ਸਾਧ ਇਹ ਸਮੁੱਚੀ ਜਮਾਤ ਦੀ ਅੰਤਰੀਵ ਸੋਚ ਕਰਮ ਜੁਗਤ ਦੀ ਪ੍ਰਣਾਲੀ ਦਾ ਆਧਾਰ ਹੀ ਮਨੁੱਖ ਦੀ ਗੁਲਾਮੀ ਹੈ।
ਇਹ ਮਨੁੱਖ ਨੂੰ ਗੁਲਾਮ ਬਣਾ ਕੇ ਹੀ ਰੱਖਣਾ ਚਾਹੁੰਦੇ ਹਨ। ਇਸੇ ਲਈ ਹੀ ਇਹਨਾਂ ਦੀ ਚੁੱਲ੍ਹੇ ਦੀ ਅੱਗ ਬਲਦੀ ਹੈ। ਰਾਜ ਸੱਤਾ ਦਾ ਸੁੱਖ ਭੋਗਣ ਵਾਲੇ ਜਾਂ ਇਸ ਦੀ ਚਾਹਤ ਰੱਖਣ ਵਾਲੀ ਰਾਜਸੀ ਜਮਾਤ ਜਾਂ ਹਾਕਮ ਜਮਾਤ ਦਾ ਵੀ ਇਹੋ ਸੁਖਾਂਤ ਸੁਖਾਏ ਹੈ। ਉਹ ਮਨੁੱਖਤਾ ਨੂੰ ਗੁਲਾਮ ਬਣਾਈ ਰੱਖਣ ਵਾਲੀ ਇਸ ਮਹੰਤ ਸੰਤ ਪਰੰਪਰਾ ਨੂੰ ਜੀਵਤ ਰੱਖਣ। ਇਸੇ ਲਈ ਹੀ ਇਹਨਾਂ ਦੋਹਾਂ ਵਿੱਚ ਇੱਕ ਖਾਸ ਅਤੇ ਅਹਿਮ ਰਿਸ਼ਤਾ ਹੈ। ਇਹ ਦੋਵੇਂ ਹੀ ਇੱਕ ਦੂਜੇ ਦੇ ਹਿੱਤ ਸਾਧਕ ਹਨ ਤੇ ਮਨੁੱਖਤਾ ਦੀ ਸੁਤੰਤਰਤਾ ਦੇ ਦੁਸ਼ਮਣ ਹਨ। ਇਸੇ ਲਈ ਇਹਨਾਂ ਦੋਵੇਂ ਜਮਾਤਾਂ ਨੂੰ ਅਸੀਂ ਹਮੇਸ਼ਾ ਇੱਕ ਦੂਜੇ ਦੇ ਸਹਿਯੋਗੀ ਜਾਂ ਸਲਾਹਕਾਰ ਜਾਂ ਹਿੱਤ ਸਾਧਕ ਅਥਵਾ ਇੱਕ ਦੂਜੇ ਵੱਲ ਗਹਿਰੀ ਪੈਠ ਤੇ ਪੁੱਜ ਦੇ ਸਮਰਥਕ ਪਾਵਾਂਗੇ। ਗੁਰ ਖਾਲਸੇ ਦੀ ਖਾਲਸਾਈ ਜੁਗਤ ਦਾ ਪਸਾਰਾ ਮਨੁੱਖ ਨੂੰ ਸੰਪੂਰਨ ਤੌਰ ਤੇ ਸੁਤੰਤਰ ਹੀ ਨਹੀਂ ਕਰਦਾ, ਸਗੋਂ ਇਸ ਨੂੰ ਅਜਿਹੀ ਆਧਾਰ ਧਰਤੀ ਅਤੇ ਸ਼ਕਤੀ ਤੇ ਲਿਜਾ ਖੜਾ ਕਰਦਾ ਹੈ ਜਿੱਥੇ ਕਿ ਖੰਡੇ ਦੀ ਪਾਹੁਲ ਉਸ ਨੂੰ ਹਰ ਪ੍ਰਕਾਰ ਦੇ ਬੰਧਨਾਂ ਤੋਂ ਮੁਕਤ ਕਰ ਆਜ਼ਾਦ ਕਰ ਦਿੰਦੀ ਹੈ। ਪੁਜਾਰੀ, ਸੰਤ ਅਤੇ ਹਾਕਮ ਜਮਾਤ ਨੂੰ ਖਾਲਸੇ ਦੀ ਇਹ ਸੁਤੰਤਰ ਸੋਚ ਅਤੇ ਬ੍ਰਹਿਮੰਡ ਵਿੱਚ ਇਸ ਪ੍ਰਸਾਦ ਦੇ ਖੁੱਲ੍ਹੇ ਗੱਫੇ ਵਰਤਾਉਣਾ ਕਦੇ ਵੀ ਰਾਸ ਨਹੀਂ ਆ ਸਕਦਾ, ਨਾ ਹੀ ਕਦੇ ਆਇਆ ਹੈ। ਇਸ ਲਈ ਇਹੋ ਉਹ ਮਨੁੱਖ ਜਮਾਤ ਹੈ ਜੋ ਮਨੁੱਖ ਨੂੰ ਅਕਾਲ ਵਰਗਾ ਅਕਾਲ ਬਣਨ ਤੋਂ ਕੁਪ੍ਰਚਾਰ ਅਤੇ ਕੁਸਾਧਨਾ ਰਾਹੀਂ ਰੋਕਦਾ ਹੈ। ਇਸੇ ਦੇ ਹੀ ਵਰਗਲਾਇਆਂ ਸਿੱਖ ਆਪਣੀ ਹੋਂਦ ਤੋਂ ਮੁਨਕਰ ਹੋਈ ਬੈਠਾ ਹੈ, ਜੜ ਅਚੇਤ ਹੋਇਆ ਹੈ। ਇਸ ਤੋਂ ਮੁਕਤੀ ਤਾਂ ਹੀ ਪਾਈ ਜਾ ਸਕਦੀ ਹੈ ਜਦ ਅਸੀਂ ਪੰਥ ਰੂਪੀ ਜਥੇਬੰਦੀ ਨੂੰ ਗੁਰਤਾ ਦੀ ਅਗਵਾਈ ਦਾ ਧਾਰਨੀ ਬਣਾ ਕੇ ਤੋਰਾਂਗੇ ਅਤੇ ਨਾਲ ਤੁਰਾਂਗੇ। ਸੋ ਅੱਜ ਅਸੀਂ ਇਹ ਭਾਗ ਪੰਨਾ ਨੰਬਰ 242 ਤੱਕ ਹੀ ਪੜ੍ਹਾਂਗੇ। ਹੋਈਆਂ ਭੁੱਲਾਂ ਚੁੱਕਾਂ ਲਈ ਮੈਂ ਹੱਥ ਜੋੜ ਕੇ ਮੁਆਫੀ ਮੰਗਦੀ ਹਾਂ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।